ਗੁਰੂ ਚਰਨਾਂ ਵਿੱਚ ਬੈਠ ਕੇ ਪਾਵਨ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਸਹਿਤ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਸੱਚ ਕਾਲ ਕੂੜ ਵਰਤਿਆ। ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਹੈ ਸਿੱਧੋ, ਸੰਸਾਰ ਦੇ ਅੰਦਰ ਜਿਹੜਾ ਸੱਚ ਹੈ ਨਾ, ਉਹਦਾ ਕਾਲ ਹੀ ਪੈ ਚੁੱਕਾ। ਸੱਚ ਕਿਨਾਰਾ ਕਰ ਗਿਆ। ਕੋਈ ਵੀ ਮਨੁੱਖ ਸੰਸਾਰ ਦੇ ਅੰਦਰ ਸੱਚ ਬੋਲਣ ਦੀ ਤਿਆਰ ਨਹੀਂ ਹੈ। ਕੂੜ ਦਾ ਇੰਨਾ ਜ਼ਿਆਦਾ ਪਸਾਰਾ ਸੰਸਾਰ ਦੇ ਅੰਦਰ ਵਧਿਆ ਹੈ ਕਿ ਹਰ ਪਾਸੇ ਕੂੜ ਦਾ ਹੀ ਪ੍ਰਚਾਰ ਹੁੰਦਾ ਪਿਆ। ਸਾਰੇ ਪਾਸੇ ਝੂਠ ਦਾ ਹੀ ਬੋਲਬਾਲਾ ਹੋਣ ਲੱਗ ਪਿਆ। ਕੂੜ ਫਿਰੈ ਪ੍ਰਧਾਨ ਵੇ ਲਾਲੋ। ਐਸੀ ਹਾਲਤ ਸੰਸਾਰ ਦੇ ਅੰਦਰ ਬਣ ਚੁੱਕੀ ਹੈ ਕਿ ਜਿਸ ਕਰਕੇ ਹਰ ਇੱਕ ਜੀਵ ਸੱਚ ਤੋਂ ਕਿਨਾਰਾ ਕਰੀ ਜਾ ਰਿਹਾ ਹੈ। ਔਰ ਜੇਕਰ ਕੋਈ ਸੱਚ ਬੋਲਣ ਦਾ ਯਤਨ ਵੀ ਕਰਦਾ ਹੈ, ਉਸ ਨੂੰ ਕੁਚਲ ਦਿੱਤਾ ਜਾਂਦਾ ਹੈ। ਉਹ ਸੱਚ ਬੋਲਣ ਵਾਲੀ ਸਚਿਆਰ ਮਨੁੱਖ ਨੂੰ ਦਬਾਉਣ ਦਾ ਯਤਨ ਕੀਤਾ ਜਾਂਦਾ ਹੈ। ਇੱਦਾਂ ਦੀ ਸੰਸਾਰ ਦੇ ਅੰਦਰ ਪਾਪ ਕਰਮ ਜਿਹੜੇ ਹਨ ਵੱਧ ਚੁੱਕੇ ਹਨ। ਕਲਯੁਗ ਦੇ ਭਿਆਨਕ ਸਮੇਂ ਦੇ ਇੱਦਾਂ ਦੇ ਜੀਵਾਂ ਦੀ ਹਾਲਤ ਬਣ ਚੁੱਕੀ ਹੈ ਕਿ ਸੱਚ ਬੋਲਣ ਤੋਂ ਕਿਨਾਰਾ ਕਰੀ ਜਾ ਰਹੇ ਹਨ। ਸੱਚ ਮੰਨਣ ਤੋਂ ਅਵੇਸਲੇ ਹੋ ਰਹੇ ਹਨ। ਸੱਚ ਸੁਣਨ ਤੋਂ ਬੜਾ ਗੁਰੇਜ਼ ਕਰ ਰਹੇ ਹਨ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਸੱਚ ਕਾਲ ਕੂੜ ਵਰਤਿਆ। ਸਾਰੇ ਪਾਸੇ ਕੂੜ ਦਾ ਹੀ ਪਸਾਰਾ ਹੋਣਾ ਕੀਤਾ ਹੈ। ਸਾਰੇ ਪਾਸੇ ਝੂਠ ਦਾ ਹੀ ਬੋਲਬਾਲਾ ਹੋ ਰਿਹਾ ਹੈ। ਕਾਲ ਕਾਲਖ ਬੇਤਾਲ। ਤੇ ਕਲਯੁਗ ਦੇ ਭਿਆਨਕ ਸਮੇਂ ਦੀ ਜਿਹੜੀ ਪਾਪ ਕਰਮਾਂ ਦੀ ਕਾਲਕ ਹੈ, ਜਾਂ ਸੰਸਾਰ ਦੇ ਵਿਸ਼ੇ ਵਿਕਾਰਾਂ ਰੂਪੀ ਕਾਲਕ ਸੰਸਾਰ ਦੇ ਜੀਵਾਂ ਨੂੰ ਲੱਗੀ ਹੋਈ ਹੈ। ਮਹਾਰਾਜ ਕਹਿੰਦੇ ਪਾਪ ਕਰਮਾਂ ਨੇ ਸੰਸਾਰ ਦੇ ਜੀਵਾਂ ਨੂੰ ਪ੍ਰੇਤ ਬਣਾ ਦਿੱਤਾ, ਬੇਤਾਲ ਬਣਾ ਦਿੱਤਾ ਹੈ। ਜਿਹੜੇ ਮਨੁੱਖ ਪਾਪ ਕਰਮ ਕਰਦੇ ਆ ਨਾ, ਤਿੰਨਾਂ ਪਾਪ ਕਰਮਾਂ ਕਰਕੇ ਪਰਮੇਸ਼ਰ ਦਾ ਭਜਨ ਨਹੀਂ ਕਰਦੇ, ਵਾਹਿਗੁਰੂ ਦਾ ਨਾਮ ਨਹੀਂ ਜਪਦੇ, ਜਿਸ ਕਰਕੇ ਕਦੇ ਵੀ ਸੰਸਾਰ ਦੇ ਪਾਪੀ ਜੀਵਾਂ ਦਾ ਮਨ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਦਾ ਨਹੀਂ ਹੈ। ਪਰਮੇਸ਼ਰ ਦਾ ਸਿਮਰਨ ਨਾ ਕਰਨੇ ਕਰਕੇ ਮਹਾਰਾਜ ਕਹਿੰਦੇ ਐਸੇ ਪਾਪ ਕਰਨੇ ਕਰਕੇ ਇਹ ਪਾਪ ਕਰਮਾਂ ਨੇ ਜੀਵਾਂ ਨੂੰ ਬੇਤਾਲ ਬਣਾ ਦਿੱਤਾ ਹੈ। ਵਾਹਿਗੁਰੂ ਦੀ ਸਰੂਪ ਦੀ ਪ੍ਰਾਪਤੀ ਤੋਂ ਸਖਣੇ ਬਣਾ ਦਿੱਤਾ ਹੈ। ਸਤਿਗੁਰੂ ਜੀ ਦਾ ਗੁਰਬਾਣੀ ਵਿੱਚ ਮੁੱਖ ਵਾਕ ਹੈ, ਪੁੱਤ ਜਨੂਰਾ ਧੂ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿਕਦਾਰ। ਹਜੂਰ ਨੇ ਉਚਾਰਨ ਕੀਤਾ, ਕਹਿੰਦੇ ਹਨ ਕਿ ਪੁੱਤ ਜਨੂਰਾ ਹੈ, ਪ੍ਰੇਤ ਹੈ। ਧੀ ਵੀ ਮਹਾਰਾਜ ਕਹਿੰਦੇ ਉਹਨਾਂ ਦੀ ਜਨੂਰੀ ਪ੍ਰੇਤਣੀ ਹੈ। ਔਰ ਜੋਰੂ ਕਹਿੰਦੇ ਨੇ ਮਾਂ ਨੂੰ, ਜਿਨ੍ਹਾਂ ਨੇ ਐਸੇ ਧੀਆਂ ਪੁੱਤਰਾਂ ਨੂੰ ਜਨਮ ਦਿੱਤਾ ਜੋ ਕਦੇ ਵੀ ਪਰਮੇਸ਼ਰ ਦਾ ਨਾਮ ਨਹੀਂ ਜਪਦੇ। ਉਹ ਜਾਣੋ ਕਿ ਵੱਡੀ ਸਰਦਾਰਨੀ ਤਿਨਾਂ ਦੀ ਜੋਗਣੀ ਪ੍ਰੇਤਣੀ ਹੈ। ਜਿਸ ਮਾਂ ਨੇ ਆਪਣੀ ਔਲਾਦ ਨੂੰ, ਇੱਦਾਂ ਦੀ ਔਲਾਦ ਨੂੰ ਜਨਮ ਦਿੱਤਾ ਹੈ ਕਿ ਜ਼ਿੰਦਗੀ ਭਰ ਉਹ ਪਾਪ ਕਰਮ ਹੀ ਕਰਦੇ ਰਹਿੰਦੇ ਹੈ। ਨਾ ਕਦੇ ਆਪ ਨਾ ਜਪਿਆ ਤੇ ਨਾ ਕਦੇ ਆਪਣੇ ਧੀਆਂ ਪੁੱਤਰਾਂ ਨੂੰ ਪਰਮੇਸ਼ਰ ਦਾ ਨਾਮ ਜਪਾਇਆ। ਹਜੂਰ ਕਹਿੰਦੇ ਜਾਣੋ ਕਿ ਕਲ ਕਾਲਖ ਬੇਤਾਲ। ਕਲਯੁਗ ਦੇ ਭਿਆਨਕ ਸਮੇਂ ਦੀ ਇਦਾਂ ਦੀ ਕਾਲਕ ਪਾਪ ਕਰਮਾਂ ਦੀ ਕਾਲਖ ਲੱਗੀ, ਜਿਸ ਕਰਕੇ ਸੰਸਾਰ ਦੇ ਜੀਵ ਜਿੰਨ ਬਣ ਰਹੇ ਹਨ, ਬੇਤਾਲ ਬਣ ਰਹੇ ਹੈ, ਪ੍ਰੇਤ ਬਣਦੇ ਜਾ ਰਹੇ ਹਨ। ਤੇ ਤਾਲ ਨਾਮ ਸਰੂਪ ਦਾ ਹੈ। ਬੇ ਕਹਿੰਦੇ ਨੇ ਰਹਿਤ ਨੂੰ। ਮਹਾਰਾਜ ਕਹਿੰਦੇ ਪਾਪ ਕਰਮਾਂ ਕਰਕੇ ਵਾਹਿਗੁਰੂ ਦੇ ਸਰੂਪ ਤੋਂ ਰਹਿਤ ਹੋਣਾ ਕੀਤਾ। ਇਹ ਜਿਹੜੇ ਸੰਸਾਰ ਦੇ ਜੀਵ ਹੈ ਨਾ, ਬੁਰੇ ਕਰਮ ਕਰਦੇ ਹਨ, ਪਾਪ ਕਰਮ ਕਰਦੇ ਹਨ। ਤਿੰਨਾਂ ਪਾਪ ਕਰਮਾਂ ਕਰਕੇ ਹੀ ਬੇਤਾਲ, ਵਾਹਿਗੁਰੂ ਦੇ ਤਾਲ ਸਰੂਪ ਰੂਪੀ ਤਾਲ ਤੋਂ ਮਹਾਰਾਜ ਕਹਿੰਦੇ ਬੇਰਹਿਤ ਹੋ ਗਏ ਹਨ। ਪਰਮਾਤਮਾ ਦੇ ਸਰੂਪ ਦੀ ਪ੍ਰਾਪਤੀ ਨਹੀਂ ਕਰ ਸਕਦੇ। ਇਉਂ ਵਾਹਿਗੁਰੂ ਦੇ ਸਰੂਪ ਤੋਂ ਸਖਣੇ ਰਹਿੰਦੇ ਆ।
ਇੰਨੇ ਜ਼ਿਆਦਾ ਸੰਸਾਰ ਦੇ ਜੀਵ ਪਾਪ ਕਰਮ ਕਰਦੇ ਹਨ। ਬੀਓ ਬੀਜ ਪਤ ਲੈ ਗਏ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਕਿ ਸਤਜੁਗ ਦੇ ਵਿੱਚ ਹੋਰ ਸੰਸਾਰ ਦੇ ਅੰਦਰ ਰੁੱਤਾਂ ਸੀ, ਬੀਜ ਬੀਜਣ ਦੇ ਕਰਮ ਸਨ। ਫਿਰ ਤ੍ਰੇਤੇ ਦੇ ਵਿੱਚ ਹੋਰ ਸਨ, ਦੁਆਪਰ ਦੇ ਵਿੱਚ ਹੋਰ ਸਨ, ਹੁਣ ਕਲਯੁਗ ਦੇ ਸਮੇਂ ਵਿੱਚ ਹੋਰ ਹੈ। ਪਰਮੇਸ਼ਰ ਦੇ ਨਾਮ ਰੂਪੀ ਬੀਜ ਬੀਜਣ ਦੀ ਰੁੱਤ ਹੈ। ਪਰਮੇਸ਼ਰ ਦੇ ਨਾਮ ਦਾ ਹੀ ਬੀਜ ਬੀਜਿਆ ਜਾ ਸਕਦਾ ਹੈ, ਕਿਉਂਕਿ ਬੀਓ ਬੀਜ ਪਤ ਲੈ ਗਏ। ਜਿਨ੍ਹਾਂ ਨੇ ਮਹਾਰਾਜ ਕਹਿੰਦੇ ਸਤਜੁਗ ਦੇ ਵਿੱਚ ਯੋਗਾ ਅਭਿਆਸ ਦਾ ਬੀਜ ਬੀਜਿਆ ਸੀ, ਉਹ ਬ੍ਰਹਮ ਲੋਕ ਨੂੰ ਪ੍ਰਾਪਤ ਹੋ ਗਏ ਸਨ। ਤ੍ਰੇਤੇ ਦੇ ਵਿੱਚ ਜਗ ਆਦਿਕ ਕਰਨੇ ਦਾ ਜਿਨ੍ਹਾਂ ਨੇ ਬੀਜ ਬੀਜੇ ਸਨ, ਉਹ ਸਵਰਗਾਂ ਦੀ ਪ੍ਰਾਪਤੀ ਕਰ ਗਏ। ਤੇ ਫਿਰ ਜਿਨ੍ਹਾਂ ਨੇ ਦੁਆਪਰ ਦੇ ਵਿੱਚ ਜੋ ਪੂਜਾ ਕਰਨ ਦੇ ਬੀਜ ਬੀਜੇ ਸਨ, ਮਹਾਰਾਜ ਕਹਿੰਦੇ ਤਿੰਨਾਂ ਨੇ ਇਹ ਕਲਯੁਗ ਦੇ ਭਿਆਨਕ ਸਮੇਂ ਅੰਦਰ ਮਨੁੱਖਾ ਜੀਵਨ ਪ੍ਰਾਪਤ ਕੀਤਾ ਹੈ। ਇੱਛਾ ਮੁਤਾਬਕ ਪੂਜਾ ਕਰ ਕਰਕੇ, ਪੂਜਾ ਸੰਸਾਰ ਦੇ ਅੰਦਰ ਕਈ ਪ੍ਰਕਾਰ ਦੀ ਪੂਜਾ ਕਰ ਕਰਕੇ ਤਿੰਨਾਂ ਨੇ ਸੰਸਾਰ ਦੇ ਅੰਦਰ ਮਨੁੱਖਾ ਜਾਮੇ ਦੀ ਪ੍ਰਾਪਤੀ ਕੀਤੀ ਹੈ। ਤੇ ਹਜੂਰ ਨੇ ਉਚਾਰਨ ਕੀਤਾ ਹੈ, ਅਬ ਕਲੂ ਆਇਓ ਰੇ ਇੱਕ ਨਾਮ ਬੋਵਹ ਬੋਵਹ, ਅਨਰੂਤ ਨਾਹੀ ਨਾਹੀ ਮਤ ਭਰਮ ਭੂਲਹ ਭੂਲਹ। ਹੋਰ ਕੋਈ ਰੁੱਤ ਨਹੀਂ ਹੈ ਸੰਸਾਰ ਦੇ ਅੰਦਰ ਪਰਮੇਸ਼ਰ ਦੇ ਨਾਮ ਤੋਂ ਬਿਨਾਂ। ਤੇ ਜਿਹੋ ਜਿਹੀ ਰੁੱਤ ਹੋਵੇ, ਰੁੱਤ ਅਨੁਸਾਰ ਸਾਧ ਸੰਗਤ ਜੀ ਬੀਜ ਬੀਜਿਆ ਹੋਇਆ ਫਲੀਭੂਤ ਹੁੰਦਾ ਹੈ। ਜੇਕਰ ਰੁੱਤ ਤੋਂ ਬਿਨਾਂ ਸਮਾਂ ਲੰਘ ਜਾਵੇ, ਜਿਸ ਰੁੱਤ ਦੇ ਵਿੱਚ ਬੀਜ ਬੀਜਣਾ ਹੋਵੇ ਸਮਾਂ ਲੰਘ ਜਾਵੇ, ਸਾਧ ਸੰਗਤ ਜੀ ਫਿਰ ਪਛੇਤਾ ਬੀਜਿਆ ਹੋਇਆ ਜਿਹੜਾ ਬੀਜ ਹੁੰਦਾ ਹੈ ਨਾ, ਉਹ ਪੂਰਾ ਲਾਭ ਨਹੀਂ ਕਦਾਚਿਤ ਦਿੰਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਉਚਾਰਨ ਕਰ ਰਹੇ ਆ, ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਬਚਨ ਕੀਤੇ ਆ ਨਾ ਵਾਰਾਂ ਦੇ ਅੰਦਰ, ਸਤਜੁਗ ਸਤ ਤੇਤਾ ਜੱਗੀ ਦੁਆਪਰ ਪੂਜਾ ਬਾਹਲੀ ਘਾਲਾ। ਬਹੁਤੀ ਘਾਲਣਾ ਘਾਲ ਕਰਕੇ ਸੰਸਾਰ ਦੇ ਲੋਕ ਇਹ ਸੰਸਾਰ ਤੋਂ ਜਗਤ ਤੋਂ ਮੁਕਤ ਹੋਇਆ ਕਰਦੇ ਸਨ। ਪਰ ਕਲਯੁਗ ਗੁਰਮੁਖ ਨਾਮ ਲੈ ਪਾਰ ਪਵੈ ਭਵਜਲ ਭਰ ਨਾਲਾ। ਕਹਿੰਦੇ ਹਨ ਕਿ ਕਲਯੁਗ ਦੇ ਸਮੇਂ ਅੰਦਰ ਗੁਰਮੁਖਾਂ ਨੇ ਪਰਮੇਸ਼ਰ ਦਾ ਨਾਮ ਜਪਿਆ, ਤਾਂ ਹੀ ਭੈਦਾਇਕ ਸੰਸਾਰ ਸਮੁੰਦਰ ਤੋਂ ਪਾਰ ਹੋਏ ਐ। ਨਹੀਂ ਤਾਂ ਮਹਾਰਾਜ ਕਹਿੰਦੇ ਜੀਵਾਂ ਦਾ ਪਾਰ ਉਤਾਰਾ ਕਦਾਚਿਤ ਵੀ ਹੋ ਨਹੀਂ ਸਕਦਾ। ਜਿੰਨੇ ਮਰਜ਼ੀ ਸੰਸਾਰ ਦੇ ਹੋਰ ਸਾਧਨਾ ਰੂਪੀ ਕਰਮਾਂ ਦੇ ਬੀਜ ਬੀਜ ਲੈਣ, ਪਰ ਕਦੇ ਵੀ ਸੰਸਾਰ ਸਾਗਰ ਤੋਂ ਪਾਰ ਨਹੀਂ ਹੋ ਸਕਦੇ। ਕਿਉਂਕਿ ਹੁਣ ਪ੍ਰਮਾਤਮਾ ਦੇ ਨਾਮ ਇਹ ਬੀਜ ਬੀਜਣ ਦਾ ਸਮਾਂ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਰੂਪੀ ਬੀਜ ਬੀਜਣ ਦਾ ਪ੍ਰਮਾਤਮਾ ਨੇ ਅਵਸਰ ਬਖਸ਼ਿਸ਼ ਕੀਤਾ ਹੈ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹਨ, ਬੀਓ ਬੀਜ ਪਤ ਲੈ ਗਏ। ਮਹਾਰਾਜ ਕਹਿੰਦੇ ਹਨ ਕਿ ਜਿੱਦਾਂ ਦਾ ਸਮਾਂ ਸੀ, ਉਦਾਂ ਦੇ ਕਰਮਾਂ ਦੇ ਬੀਜ ਬੀਜ ਕਰਕੇ ਤਿੰਨਾਂ ਨੇ ਮਨ ਇੱਛਤ ਫਲ ਪਾਏ ਐ, ਪਤ ਇੱਜ਼ਤ ਲੈ ਕਰਕੇ ਗਏ ਸਨ। ਆਪ ਕਿਉ ਉਗਵੈ ਦਾਲ। ਤੇ ਹਜੂਰ ਕਹਿੰਦੇ ਹਨ, ਹੁਣ ਤਾਂ ਸੰਸਾਰ ਦੇ ਅੰਦਰ ਜਿਹੜੇ ਹੋਰ ਸਾਧਨ ਕਰਨੇ ਆ ਨਾ ਪਰਮੇਸ਼ਰ ਦੇ ਨਾਮ ਤੋਂ ਬਿਨਾਂ, ਉਹ ਜਾਣੋ ਕਿ ਦਾਲ ਜਿਹੜੀ ਬੀਜਦੇ ਆ ਨਾ, ਜਿਵੇਂ ਛੋਲਿਆਂ ਦੀ ਦਾਲ ਬੀਜੀਦੀ ਹੈ, ਤੇ ਜੇ ਕੋਈ ਫੱਕ ਹੀ ਧਰਤੀ ਦੇ ਵਿੱਚ ਬੀਜੀ ਜਾਵੇ, ਕੱਲਾ ਫੋਕ ਹੀ ਬੀਜ ਦੇਵੇ, ਉਹ ਕਦਾਚਿਤ ਵੀ ਫਲੀਭੂਤ ਨਹੀਂ ਹੁੰਦਾ। ਉਹ ਸਾਧ ਸੰਗਤ ਜੀ ਬੂਟਾ ਫਲਦਾ ਨਹੀਂ ਹੈ। ਧਰਤੀ ਵਿੱਚ ਕੱਲੀ ਫੱਕ ਹੀ ਬੀਜ ਦੇਵੇ, ਬੀਜ ਬੀਜੇ ਹੀ ਨਾ, ਤੇ ਉਹ ਕਦੇ ਫਲੀਭੂਤ ਥੋੜਾ ਹੋ ਸਕਦਾ। ਉਹ ਕਦੇ ਹਰਾ ਭਰਾ ਹੋ ਕਰਕੇ ਫਲ ਥੋੜਾ ਦੇ ਸਕਦਾ ਹੈ। ਫੱਕ ਤਾਂ ਆਖਰਕਾਰ ਫੱਕ ਹੀ ਹੈ ਨਾ, ਫੋਕ ਖਾਲੀ ਰਹਿ ਜਾਂਦਾ ਹੈ। ਇਸੇ ਪ੍ਰਕਾਰ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਹਨ, ਆਬ ਕਿਉ ਉਗਵੈ ਦਾਲ। ਕਹਿੰਦੇ ਹੁਣ ਕਲਯੁਗ ਦੇ ਭਿਆਨਕ ਸਮੇਂ ਅੰਦਰ ਨਾ ਤਾਂ ਸਾਧ ਸੰਗਤ ਜੀ ਯੋਗਾ ਅਭਿਆਸ ਕਲਾ ਕਰਨ ਦੇ ਨਾਲ ਮੁਕਤ ਹੋ ਸਕਦਾ ਹੈ, ਨਾ ਤਾਂ ਫਿਰ ਤ੍ਰੇਤੇ ਯੁੱਗ ਦੀ ਤਰ੍ਹਾਂ ਜਗ ਆਦਿ ਕਰਕੇ ਮੁਕਤ ਹੋ ਸਕਦਾ ਹੈ, ਨਾ ਦੁਆਪਰ ਯੁੱਗ ਦੀ ਤਰ੍ਹਾਂ ਨਾ ਕੱਲੀ ਪੂਜਾ ਕਰਕੇ ਮੁਕਤ ਹੋ ਸਕਦਾ ਹੈ। ਪਰਮੇਸ਼ਰ ਦਾ ਨਾਮ ਜਪਣਾ ਪਵੇਗਾ। ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਬੀਜਣ ਦੀ ਰੁੱਤ ਪ੍ਰਮਾਤਮਾ ਨੇ ਜੀਵਨ ਦੇ ਅੰਦਰ ਬਖਸ਼ੀ ਹੈ। ਇਹ ਮੰਨ ਲਓ ਕਿ ਜਿਹੜੀ ਅਵਸਥਾ ਹੈ ਨਾ, ਅਕਾਲ ਪੁਰਖ ਪ੍ਰਮਾਤਮਾ ਨੇ ਬਖਸ਼ੀ ਹੈ, ਚੰਗੀ ਰੁੱਤ ਹੈ ਪ੍ਰਮਾਤਮਾ ਦੇ ਨਾਮ ਰੂਪੀ ਬੀਜ ਬੀਜਣ ਦੀ। ਤੇ ਜੇ ਵਾਹਿਗੁਰੂ ਦਾ ਨਾਮ ਨਹੀਂ ਜਪਦਾ, ਤੇ ਹਜੂਰ ਕਹਿੰਦੇ ਅਬ ਕਿਉ ਉਗਵੈ ਦਾਲ।
हे ਪ੍ਰਾਣਾ ਧਾਰੀ ਜੀਵ, ਗਿਆਨ ਰੂਪੀ ਫਲ ਨਹੀਂ ਤੈਨੂੰ ਪ੍ਰਾਪਤ ਹੋ ਸਕਦਾ। ਫਿਰ ਜੇ ਫਲ ਨਹੀਂ ਲੱਗਾ ਤੇ ਮੁਕਤੀ ਰੂਪ ਦਮੜੀ ਵੀ ਪ੍ਰਾਪਤ ਨਹੀਂ ਕਰ ਸਕੇਗਾ। ਇਸ ਕਰਕੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਹਜੂਰ ਕਹਿੰਦੇ ਹਨ, ਅਬ ਕਿਉ ਉਗਵੈ ਦਾਲ, ਬੀਓ ਬੀਜ ਪਤ ਲੈ ਗਏ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਜੋ ਯੁੱਗਾਂ ਯੁੱਗਾਂ ਅਨੁਸਾਰ ਜਿੱਦਾਂ ਦੇ ਕਰਮਾਂ ਦੀ, ਉਪਾਸਨਾ ਦੀ, ਜਗ ਆਦਿਕ ਦੀ, ਯੋਗਾ ਅਭਿਆਸ ਦੇ ਕਰਮਾਂ ਦੇ ਬੀਜ ਬੀਜੇ ਸਨ, ਤਿਨਾਂ ਨੇ ਉਸੇ ਤਰ੍ਹਾਂ ਹੀ ਫਲ ਪ੍ਰਾਪਤ ਕੀਤੇ ਸਨ। ਜੇ ਇੱਕ ਹੋਏ ਤਾਂ ਉਗਵੈ, ਜੇਕਰ ਇੱਕ ਅੱਧਾ ਬੀਜ ਸਾਬਤ ਹੋਵੇ, ਧਰਤੀ ਵਿੱਚ ਬੀਜਿਆ ਜਾਵੇ ਤੇ ਉਗ ਪੈਂਦਾ ਹੈ। ਬਾਕੀ ਸਾਰਾ ਫੋਕ ਹੋਵੇ, ਬਾਕੀ ਸਾਰੀ ਫੱਕ ਬੀਜੇ ਤੇ ਇੱਕ ਅੱਧਾ ਵਿੱਚ ਦਾਣਾ ਸਾਬਤ ਹੋ ਜਾਵੇ, ਉਹ ਧਰਤੀ ਦੇ ਵਿੱਚ ਬੀਜਿਆ ਜਾਵੇ ਤੇ ਉਗ ਪੈਂਦਾ, ਉਹ ਸਾਧ ਸੰਗਤ ਜੀ ਹਰਾ ਭਰਾ ਹੋ ਜਾਂਦਾ। ਉਹ ਫਿਰ ਉਹਨੂੰ ਫੁੱਲ ਲੱਗਦੇ ਹਨ, ਫਲ ਲੱਗਦੇ ਆ, ਉਹ ਫਲ ਦਿੰਦਾ। ਤੇ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਪਿਆ ਹੋਇਆ ਨਾਮ, ਵਾਹਿਗੁਰੂ ਦੇ ਨਾਮ ਦਾ ਬੀਜਿਆ ਹੋਇਆ ਜਿਹੜਾ ਬੀਜ ਹੈ ਨਾ, ਬੁੱਧ ਰੂਪ ਧਰਤੀ ਦੇ ਅੰਦਰ, ਮਹਾਰਾਜ ਕਹਿੰਦੇ ਪ੍ਰੇਮ ਰੂਪੀ ਜਲ ਦੇ ਨਾਲ ਜਿਨ੍ਹਾਂ ਨੇ ਸਿੰਜਿਆ, ਉਹ ਫਿਰ ਫਲੀਭੂਤ ਹੁੰਦਾ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸਭ ਕੁਝ ਸੰਸਾਰ ਦੇ ਅੰਦਰ ਸਤਿਗੁਰੂ ਜੀ ਕਹਿੰਦੇ ਫੋਕਟ ਹੈ। ਜਿੰਨੇ ਵੀ ਮਨੁੱਖ ਸੰਸਾਰ ਦੇ ਕਰਮ ਕਾਂਡ ਕਰਦਾ ਹੈ, ਵਾਹਿਗੁਰੂ ਦੇ ਭਜਨ ਤੋਂ ਬਿਨਾਂ ਹੋਰ ਦੁਨੀਆ ਦੇ ਸਾਧਨ ਕਰਦਾ ਹੈ, ਉਹ ਕਿਸੇ ਵੀ ਲੇਖੇ ਵਿੱਚ ਨਹੀਂ ਪੈਂਦੀ ਜਦੋਂ ਤੱਕ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ। ਜੀਰਵਾਂ ਸਿਫਰਾਂ ਜਿੰਨੀ ਮਰਜ਼ੀ ਲਾਈ ਜਾਵੇ, ਏਕੇ ਤੋਂ ਬਿਨਾਂ ਕਿਸੇ ਦਾ ਮੁੱਲ ਨਹੀਂ ਪੈਂਦਾ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਇੱਕ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇਹ ਮਨੁੱਖ ਜਿੰਨੇ ਵੀ ਸਾਧਨ ਕਰਦਾ ਸਭ ਜੀਰੋ ਦੀ ਤਰ੍ਹਾਂ, ਸਿਫਰਾਂ ਦੀ ਤਰ੍ਹਾਂ ਹੈ। ਜਿੰਨੇ ਵੀ ਸੰਸਾਰ ਦੇ ਕਰਮ ਕਾਂਡ ਕਰਦਾ ਹੈ, ਹੋਰ ਵੀ ਨਾਨਾ ਪ੍ਰਕਾਰ ਦੇ ਸਾਧਨ ਕਰਦੇ ਦਾਅਵੇ ਕਰਦਾ ਰਹਿੰਦਾ ਹੈ, ਪਰ ਮਹਾਰਾਜ ਕਹਿੰਦੇ ਕਿਸੇ ਲੇਖੇ ਵਿੱਚ ਪੈਣ ਵਾਲੇ ਨਹੀਂ ਹਨ। ਔਰ ਇਸ ਪ੍ਰਕਾਰ ਸਾਧ ਸੰਗਤ ਜੀ ਸਮੇਂ ਸਮੇਂ ਅਨੁਸਾਰ ਜੋ ਜਿਵੇਂ ਰੁੱਤ ਦੇ ਵਿੱਚ ਬੀਜਿਆ ਹੋਇਆ ਬੀਜ ਜਿਹੜਾ ਫਲੀਭੂਤ ਹੁੰਦਾ ਹੈ, ਔਰ ਇਸੇ ਪ੍ਰਕਾਰ ਜਿਵੇਂ ਸਤਿਯੁਗ ਦੇ ਵਿੱਚ ਸਾਧ ਸੰਗਤ ਜੀ ਜਿਹੜੇ ਪ੍ਰਾਣ ਸਨ, ਸੰਸਾਰ ਦੇ ਜੀਵਾਂ ਦੇ ਹੱਡਾਂ ਦੇ ਵਿੱਚ ਹੋਇਆ ਕਰਦੇ ਸਨ। ਸਤਿਯੁਗ ਦੇ ਵਿੱਚ 1-1 ਲੱਖ ਵਰਾ ਉਮਰ ਸੀ ਸੰਸਾਰ ਦੇ ਜੀਵਾਂ ਦੀ। ਫਿਰ ਤ੍ਰੇਤੇ ਦੇ ਵਿੱਚ 10,000, ਦੁਆਪਰ ਦੇ ਵਿੱਚ 1,000, ਤੇ ਹੁਣ ਕਲਯੁਗ ਦੇ ਵਿੱਚ ਕੇਵਲ 100 ਕੁ ਸਾਲ ਦੀ ਉਮਰ ਕਿਹਾ ਜਾਂਦਾ ਵੀ ਕੋਈ ਵਿਰਲਾ ਹੀ ਭੋਗਦਾ। ਜਿੱਦਾਂ ਦੀਆਂ ਭਿਆਨਕ ਬਿਮਾਰੀਆਂ ਲੱਗ ਚੁੱਕੀਆਂ ਨੇ, ਜਿੰਨੇ ਭਿਆਨਕ ਨਸ਼ੇ ਲਾ ਲਏ ਹੈ, ਕੋਈ ਵਿਰਲਾ ਹੀ ਸਾਧ ਸੰਗਤ ਜੀ 100 ਸਾਲ ਦੀ ਉਮਰ ਵੀ ਭੋਗਦਾ ਹੈ। ਬਸ 50-60 ਤੋਂ ਕੋਈ ਵਿਰਲਾ ਹੀ ਟੱਪਦਾ, ਹੇਠਾਂ ਹੀ ਰਹਿ ਜਾਂਦੇ ਜਿੰਨੀਆਂ ਭਿਆਨਕ ਬਿਮਾਰੀਆਂ ਅੱਜ ਲੱਗ ਚੁੱਕੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ ਕਿ ਸਤਿਯੁਗ ਦੇ ਵੀ ਜਿਹੜੇ ਪ੍ਰਾਣ ਸਨ ਉਹ ਹੱਡੀਆਂ ਦੇ ਵਿੱਚ ਸਨ। ਜਦੋਂ ਤੱਕ ਮਨੁੱਖ ਦੀਆਂ ਹੱਡੀਆਂ ਨਹੀਂ ਸੀ ਗਲਦੀਆਂ, ਉਦੋਂ ਤੱਕ ਬੰਦਾ ਮਰਦਾ ਨਹੀਂ ਸੀ, ਪ੍ਰਾਣ ਚੱਲਦੇ ਰਹਿੰਦੇ ਸਨ। ਤੇ ਫਿਰ ਤ੍ਰੇਤੇ ਵਿੱਚ ਸਾਧ ਸੰਗਤ ਜੀ ਨਾੜੀਆਂ ਦੇ ਵਿੱਚ ਆ ਗਏ ਸਨ, ਔਰ ਇਸੇ ਪ੍ਰਕਾਰ ਦੁਆਪਰ ਦੇ ਵਿੱਚ ਸਹਿਜ ਅਗ ਘਟਦੇ ਗਏ ਹੈ। ਤੇ ਜਿਹੜੇ ਦੁਆਪਰ ਦੇ ਵਿੱਚ ਕੇਵਲ ਮਾਸਪੇਸ਼ੀਆਂ ਤੱਕ ਹੀ, ਮਾਸ ਤੱਕ ਹੀ ਸੀਮਿਤ ਸੀ, ਤੇ ਸਾਧ ਸੰਗਤ ਜੀ ਹੁਣ ਕਲਯੁਗ ਦੇ ਵਿੱਚ ਜਿਹੜੇ ਪ੍ਰਾਣ ਹਨ ਉਹ ਕੇਵਲ ਅੰਨ ਤੇ ਪਾਣੀ ਵਿੱਚ ਟਿਕੇ ਹੋਏ ਹੈ। ਜੇ ਅੰਨ ਪਾਣੀ ਮਿਲਦਾ ਤੇ ਮਨੁੱਖ ਜਿਉਂਦਾ, ਅੰਨ ਤੋਂ ਬਿਨਾਂ ਜਿਹੜੇ ਸਵਾਸ ਨਿਕਲ ਜਾਂਦੇ ਮਨੁੱਖ ਦੀ ਸਮਾਪਤੀ ਹੋ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਜੇ ਇੱਕ ਹੋਏ ਤਾਂ ਉਗਵੈ। ਹਜੂਰ ਕਹਿੰਦੇ ਜੇ ਇੱਕ ਸਾਬਰ ਦਾਣਾ ਹੋਵੇ ਨਾ, ਧਰਤੀ ਤੇ ਬੀਜਿਆ ਹੋਵੇ, ਉਗ ਪੈਂਦਾ ਹੈ। ਇਸੇ ਪ੍ਰਕਾਰ ਨਿਸ਼ਕਾਮ ਕਰਮਾਂ ਦਾ ਬੀਜ ਜੇ ਇੱਕ ਵੀ ਬੀਜ ਦਿੰਦਾ ਹੈ ਨਾ, ਉਹ ਵੀ ਫਲੀਭੂਤ ਹੁੰਦਾ ਹੈ, ਉਹਦਾ ਵੀ ਬਹੁਤ ਸਾਰਾ ਫਲ ਪ੍ਰਾਪਤ ਹੋ ਜਾਂਦਾ ਹੈ। ਰੁੱਤੀ ਹੂਰਤ ਹੋਏ, ਤੇ ਰੁੱਤਾਂ ਦੇ ਵਿੱਚੋਂ ਸ਼੍ਰੋਮਣੀ ਰੁੱਤ ਦੇ ਵਿੱਚ ਬੀਜਿਆ ਹੋਇਆ ਬੀਜ ਦਾ ਪੂਰਾ ਲਾਭ ਪ੍ਰਾਪਤ ਹੁੰਦਾ ਹੈ। ਬੇਰੁੱਤੇ ਵਿੱਚ ਬੀਜਿਆ ਹੋਇਆ ਬੀਜ ਕਦੇ ਵੀ ਪੂਰਾ ਲਾਭ ਨਹੀਂ ਦਿੰਦਾ। ਭਾਵੇਂ ਸਾਧ ਸੰਗਤ ਜੀ ਜੋ ਉਹ ਬੀਜਿਆ ਹੋਇਆ ਬੀਜ ਉੱਗ ਵੀ ਪਵੇਗਾ, ਪਰ ਨਾ ਤੁਹਾਨੂੰ ਫੁੱਲ ਲੱਗਣਗੇ। ਜੇ ਹੱਦ ਤੱਕ ਫੁੱਲ ਲੱਗ ਵੀ ਗਏ ਤੇ ਫਲ ਨਹੀਂ ਦਿੰਦਾ। ਬੇਰੁੱਤਾ ਬੀਜਿਆ ਹੋਇਆ ਜਿਹੜਾ ਬੀਜ ਹੁੰਦਾ ਹੈ, ਰੁੱਤ ਤੋਂ ਬਿਨਾਂ ਜਿਹੜਾ ਅਸੀਂ ਬੀਜ ਦਿੰਦੇ ਹਾਂ। ਮਹਾਰਾਜ ਕਹਿੰਦੇ ਇਸੇ ਪ੍ਰਕਾਰ ਹੁਣ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਜੀਵਨ ਦੇ ਅੰਦਰ
ਨਾਮ ਰੂਪੀ ਬੀਜ ਬੀਜਣ ਦਾ ਸ਼ੁਭ ਅਵਸਰ ਦਿੱਤਾ ਹੈ। ਇਹ ਜ਼ਿੰਦਗੀ ਤੇਰੀ ਪ੍ਰਮਾਤਮਾ ਨੇ ਕਲਯੁਗ ਦੇ ਸਮੇਂ ਅੰਦਰ ਨਾਮ ਦੀ ਬੀਜਣ ਦੀ ਰੁੱਤ ਦਿੱਤੀ ਹੈ। ਇਹ ਸਾਰੀ ਜ਼ਿੰਦਗੀ ਜਿਹੜੀ ਪ੍ਰਮਾਤਮਾ ਨੇ ਬਖਸ਼ੀ ਹੈ। ਜੇ ਵਾਹਿਗੁਰੂ ਦਾ ਨਾਮ ਨਹੀਂ ਜਪਦਾ, ਮਹਾਰਾਜ ਕਹਿੰਦੇ ਹੋਰ ਹੀ ਜਿਹੜੇ ਬੇਰੁੱਤੇ ਬੀਜ ਬੀਜੀ ਜਾਂਦਾ, ਕਦੇ ਯੋਗਾ ਅਭਿਆਸੀ ਬਣ ਜਾਂਦਾ, ਕਦੇ ਤਪ ਸਾਧਨਾ ਕਰਨ ਲੱਗ ਪੈਂਦਾ, ਕਦੇ ਧੂਣੀਆਂ ਤਾਉਣ ਲੱਗ ਪੈਂਦਾ, ਕਦੇ ਜਲ ਧਾਰਾ ਕਰਨ ਲੱਗ ਪੈਂਦਾ। ਇਹ ਜਾਣ ਕੇ ਜਿਹੜੇ ਬੇਲੋੜੇ ਭਾਵ ਬੇਰੁੱਤੇ ਸੰਸਾਰ ਦੇ ਬੀਜ ਹਨ, ਪਰਮੇਸ਼ਰ ਦੇ ਨਾਮ ਰੂਪ ਜਪਣ ਦੀ ਜਿਹੜੀ ਰੁੱਤ ਪਰਮਾਤਮਾ ਨੇ ਬਖਸ਼ੀ ਹੈ ਨਾਮ ਬੀਜਣ ਦੀ, ਮਹਾਰਾਜ ਕਹਿੰਦੇ ਇਹਦੇ ਵਿੱਚ ਰੁੱਤਾਂ ਦੇ ਵਿੱਚੋਂ ਜਿਹੜੀ ਸ਼੍ਰੋਮਣੀ ਪਰਮ ਰੁੱਤ ਹੈ ਨਾ ਮਨੁੱਖਾ ਜੀਵਨ ਦੀ, ਉਹ ਵਾਹਿਗੁਰੂ ਦੇ ਨਾਮ ਬੀਜਣ ਦੀ ਰੁੱਤ ਮਿਲੀ ਹੋਈ ਹੈ। ਨਾਨਕ ਪਾਹੈ ਬਾਹਰਾ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿਣ ਲੱਗੇ, ਹੈ ਸਿੱਧੋ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਬਣਾਈ ਜੋ ਪ੍ਰਕਿਰਤੀ ਦੀ ਮਰਜ਼ਾਦਾ ਹੈ। ਸਤ ਸੰਗਤ ਜੀ, ਪ੍ਰਤੱਖ ਵੀ ਕੱਪੜੇ ਨੂੰ ਰੰਗ ਚੜ੍ਹਦਾ ਹੋਵੇ ਨਾ, ਪਹਿਲਾਂ ਪਾਹ ਲਾਉਣੀ ਪੈਂਦੀ ਹੈ। ਨਾਨਕ ਪਾਹੈ ਬਾਹਰਾ। ਜੇ ਮਨਜੀਠ ਦਾ ਪੱਕਾ ਰੰਗ ਚੜ੍ਹਨਾ ਹੋਵੇ ਨਾ ਕੱਪੜੇ ਨੂੰ, ਗੁਰਬਾਣੀ ਵਿੱਚ ਦੋ ਤਰ੍ਹਾਂ ਦੇ ਰੰਗ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ। ਇੱਕ ਕਸੁੰਬੇ ਦਾ ਰੰਗ ਤੇ ਦੂਜਾ ਮਨਜੀਠ ਦਾ ਰੰਗ। ਕਸੁੰਬੇ ਦਾ ਰੰਗ ਸਾਧ ਸੰਗਤ ਜੀ ਕੱਪੜੇ ਨੂੰ ਭਾਵੇਂ ਚੜ੍ਹਦਾ ਵੀ ਛੇਤੀ ਹੈ, ਪਰ ਲੈਣ ਲੱਗਿਆਂ ਦੇਰ ਨਹੀਂ ਲੱਗਦੀ, ਬਹੁਤੀ ਮਿਹਨਤ ਨਹੀਂ ਕਰਨੀ ਪੈਂਦੀ। ਕਸੁੰਬੇ ਦਾ ਰੰਗ ਚੜ੍ਹਨ ਲੱਗ ਪਿਆ, ਕੱਪੜੇ ਨੂੰ ਚੜ੍ਹਦਾ ਵੀ ਛੇਤੀ ਤੇ ਲੱਥ ਵੀ ਛੇਤੀ ਜਾਂਦਾ ਹੈ। ਮਨਜੀਠ ਦਾ ਰੰਗ ਚੜ੍ਹਨ ਲੱਗਿਆ ਸਮਾਂ ਤੇ ਭਾਵੇਂ ਥੋੜਾ ਲੱਗਦਾ, ਮਿਹਨਤ ਕਰਨੀ ਪੈਂਦੀ ਹੈ, ਪਰ ਨਾ ਤਾਂ ਕਦੇ ਫਿੱਕਾ ਪੈਂਦਾ, ਨਾ ਉਹਦੇ ਵਿੱਚ ਡੱਬ ਪੈਂਦੇ ਹੈ, ਨਾ ਸਾਧ ਸੰਗਤ ਜੀ ਰੰਗ ਕਦੇ ਲਹਿੰਦਾ ਹੈ। ਕੱਪੜਾ ਭਾਵੇਂ ਪਾਟ ਜਾਂਦਾ, ਪਰ ਮਨਜੀਠ ਦਾ ਰੰਗ ਇੰਨਾ ਪੱਕਾ ਹੁੰਦਾ, ਕਦੇ ਵੀ ਲਹਿੰਦਾ ਨਹੀਂ ਹੈ। ਮਹਾਰਾਜ ਸਤਿਗੁਰੂ ਜੀ ਨੇ ਇਹਨਾਂ ਦੋ ਰੰਗਾਂ ਦੀ ਉਦਾਹਰਨਾਂ ਦੇ ਕਰਕੇ ਇਹ ਉਪਦੇਸ਼ ਬਖਸ਼ਿਸ਼ ਕੀਤਾ ਕਿ ਕਸੁੰਬੇ ਦਾ ਰੰਗ ਵਿਕਾਰਾਂ ਦੇ ਰੰਗ ਦੀ ਤਰ੍ਹਾਂ ਹੈ, ਵਿਸ਼ੇ ਸੁੱਖਾਂ ਦਾ ਰੰਗ ਕਸੁੰਬੇ ਦੇ ਰੰਗ ਦੀ ਤਰ੍ਹਾਂ। ਮਨਜੀਠ ਦਾ ਰੰਗ ਪਰਮੇਸ਼ਰ ਦੇ ਨਾਮ ਦਾ ਰੰਗ ਹੈ, ਕਦੇ ਵੀ ਲਹਿੰਦਾ ਨਹੀਂ ਹੈ। ਭਾਵੇਂ ਤਨ ਨੂੰ, ਸਰੀਰ ਰੂਪੀ ਤਨ ਨੂੰ ਕੱਪੜੇ ਨੂੰ ਆਰਿਆਂ ਦੇ ਨਾਲ ਚੀਰ ਦਿੱਤਾ ਜਾਂਦਾ ਹੈ, ਪਰ ਫਿਰ ਵੀ ਮੁਖ ਤੋਂ ਜਪਜੀ ਸਾਹਿਬ ਗੁਰਬਾਣੀ ਦਾ ਪਾਠ ਕਰ ਰਹੇ ਹੈ। ਔਰ ਇਸੇ ਪ੍ਰਕਾਰ ਬੰਦ ਵੀ ਭਾਵੇਂ ਕੱਟਿਆ ਜਾਂਦਾ ਹੈ, ਪਰ ਫਿਰ ਵੀ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਸੁਖਮਨੀ ਸਾਹਿਬ ਗੁਰਬਾਣੀ ਦਾ ਪਾਠ ਕਰੀ ਜਾਂਦੇ ਹਨ। ਐਸਾ ਇਹ ਮਨਜੀਠ ਦਾ ਪਰਮੇਸ਼ਰ ਦੇ ਨਾਮ ਦਾ ਪੱਕਾ ਰੰਗ ਹੈ। ਤੇ ਹਜੂਰ ਉਦਾਹਰਣ ਦੇ ਕਰਕੇ ਬਖਸ਼ਿਸ਼ ਕਰਦੇ ਹੈ, ਨਾਨਕ ਪਾਹੈ ਬਾਹਰਾ। ਕਹਿੰਦੇ ਪਾਹ ਤੋਂ ਬਿਨਾਂ ਜਿਹੜਾ ਕੱਪੜਾ ਹੁੰਦਾ ਹੈ, ਕੋਰੈ ਰੰਗ ਨਾ ਸੋਏ। ਸਾਧ ਸੰਗਤ ਜੀ, ਚੰਗੀ ਤਰ੍ਹਾਂ ਜਿਹੜਾ ਪੱਕਾ ਮਨਜੀਠ ਦਾ ਰੰਗ ਹੈ ਨਾ, ਨਹੀਂ ਚਾੜਿਆ ਜਾ ਸਕਦਾ ਜੇਕਰ ਪਾਹ ਨਾ ਲੱਗੇ। ਔਰ ਇਸ ਪ੍ਰਕਾਰ ਜਿਵੇਂ ਫਟਕੜੀ ਪਾ ਕਰਕੇ ਨਾ, ਹੁਣ ਤਾਂ ਭਾਵੇਂ ਹੋਰ ਕਿੰਨੇ ਕਿੰਨੇ ਨਵੇਂ ਸਾਧ ਸੰਗਤ ਜੀ ਤਰੀਕੇ ਆ ਗਏ, ਕਿੰਨੇ ਕਿੰਨੇ ਕੈਮੀਕਲ ਆ ਚੁੱਕੇ ਹੈ, ਔਰ ਕੋਈ ਲਿਕੁਇਡ ਹੈ, ਕੋਈ ਪਾਊਡਰ ਹੈ, ਇਹਨਾਂ ਸਰਫਾਂ ਦੇ ਨਾਲ। ਪਰ ਪਹਿਲਾਂ ਫਟਕੜੀ ਪਾ ਕਰਕੇ ਸਾਧ ਸੰਗਤ ਜੀ ਪਹਿਲਾਂ ਮੈਲ ਨੂੰ ਲਾਇਆ ਜਾਂਦਾ ਚੰਗੀ ਤਰ੍ਹਾਂ। ਫਿਰ ਜਿਹੜੇ ਲਲਾਰੀ ਹੁੰਦੇ ਆ ਨਾ, ਉਹ ਪਾਣੀ ਨੂੰ ਗਰਮ ਕਰਨਾ ਤੇ ਫਿਰ ਵਿੱਚ ਡੁਬੋ ਕਰਕੇ ਮੈਲ ਵੱਖਰੀ ਕਰਨੀ, ਔਰ ਇਸ ਪ੍ਰਕਾਰ ਪਾਹ ਲਾ ਕਰਕੇ ਤੇ ਫਿਰ ਰੰਗ ਚਾੜਿਆ ਜਾਂਦਾ ਸੀ। ਤੇ ਹਜੂਰ ਕਹਿੰਦੇ ਨਾਨਕ ਪਾਹੈ ਬਾਹਰਾ, ਕੋਰੈ ਰੰਗ ਨਾ ਸੋਏ। ਕਹਿੰਦੇ ਉਹਨੂੰ ਕਦੇ ਰੰਗ ਨਹੀਂ ਚੜਦਾ ਜਿਹੜਾ ਪੱਕਾ ਰੰਗ ਹੁੰਦਾ ਹੈ। ਭੈ ਵਿੱਚ ਖੁੰਬ ਚੜਾਈਐ। ਤੇ ਹਜੂਰ ਨੇ ਉਚਾਰਨ ਕੀਤਾ, ਜਿਹੜਾ ਭੈ ਧਾਰਨ ਕਰਨਾ ਨਾ ਅਕਾਲ ਪੁਰਖ ਪ੍ਰਮਾਤਮਾ ਦੇ ਸਰੂਪ ਦਾ, ਕਿ ਵਾਹਿਗੁਰੂ ਸਰਬ ਵਿਆਪਕ ਹੈ, ਪ੍ਰਮਾਤਮਾ ਸਭ ਥਾਵਾਂ ਤੇ ਮੈਨੂੰ ਦੇਖ ਰਿਹਾ ਹੈ। ਸਤਿਗੁਰੂ ਜੀ ਸਭ ਥਾਵਾਂ ਤੇ ਮੈਨੂੰ ਦੇਖਦੇ ਐ, ਸੁਣਦੇ ਐ। ਗਰੀਬ ਨਵਾਜ ਸਤਿਗੁਰੂ ਜੀ ਦਾ ਡਰ ਮਨ ਦੇ ਅੰਦਰ ਧਾਰਨ ਕਰਕੇ ਰੱਖਣਾ, ਇਹ ਕਹਿੰਦੇ ਹਨ ਖੁੰਭ ਚਾੜਨ ਦੀ ਤਰ੍ਹਾਂ ਹੈ। ਜਿਵੇਂ ਸਾਧ ਸੰਗਤ ਜੀ ਜਿਹੜੇ ਲਲਾਰੀ ਹੁੰਦੇ ਹਨ, ਪਾਣੀ ਨੂੰ ਗਰਮ ਕਰਦੇ ਆ, ਔਰ ਇਸ ਪ੍ਰਕਾਰ ਮਨਜੀਠ ਦਾ ਪੱਕਾ ਰੰਗ ਚਾੜਨ ਦੇ ਵਾਸਤੇ ਪਹਿਲਾਂ ਮੈਲ ਵੱਖਰੀ ਕਰ ਲੈਂਦੇ ਆ। ਤੇ ਹਜੂਰ ਨੇ ਉਚਾਰਨ ਕੀਤਾ, ਭੈ ਵਿੱਚ ਖੁੰਭ ਚੜਾਈ ਹੈ, ਭੈ ਰੂਪੀ ਖੁੰਭ ਚੜ੍ਹਦੀ ਕਰ। ਜਿਹੜਾ ਹਿਰਦਾ ਰੂਪੀ ਕੱਪੜਾ ਹੈ ਨਾ, ਇੱਥੇ ਪਰਮੇਸ਼ਰ ਦੇ ਨਾਮ ਦਾ, ਵਾਹਿਗੁਰੂ ਦੀ ਭਗਤੀ ਦਾ ਪੱਕਾ ਰੰਗ ਚਾੜਨ ਦੇ ਵਾਸਤੇ
ਹਿਰਦੇ ਅੰਦਰ ਭੈ ਧਾਰਨ ਕਰਨਾ ਕਰ। ਸ਼ਰਮ ਪਾਹੁ ਤਨ ਹੋਏ। ਤੇ ਪਾ ਕਾਦੀ ਚਾੜਨੀ ਹੈ? ਸ਼ਰਮ ਦੀ, ਲੱਜਾ ਦੀ। ਲੱਜਾਵਾਨ ਹੋ ਕਰਕੇ ਰਹੋ, ਮਨ ਦੇ ਵਿੱਚ ਲੱਜਿਆ ਧਾਰਨ ਕਰਕੇ ਰੱਖਿਆ ਕਰ ਕਿ ਮੇਰੀ ਉਮਰ ਕਿੰਨੀ ਵਡੇਰੀ ਹੋ ਗਈ ਹੈ, ਅਜੇ ਵੀ ਮੇਰੀਆਂ ਕਰਤੂਤਾਂ ਮਾੜੀਆਂ ਨੇ, ਜ਼ਿੰਦਗੀ ਦਾ ਵੱਡਾ ਪੱਖ ਮੇਰਾ ਲੰਘ ਗਿਆ ਹੈ, ਅਜੇ ਵੀ ਮੈਂ ਨਸ਼ੇ ਕਰਨੇ ਛੱਡੇ ਨਹੀਂ ਹੈ, ਅਜੇ ਵੀ ਮਾੜੀ ਕਰਤੂਤਾਂ ਕਰਨੀਆਂ ਛੱਡੀਆਂ ਨੇ, ਅਜੇ ਵੀ ਭੈੜੇ ਕਰਮ ਕਰਨ ਨੂੰ ਮੈਂ ਹਟਿਆ ਹੀ ਨਹੀਂ। ਮਹਾਰਾਜ ਕਹਿੰਦੇ ਜਿਹੜੀ ਸ਼ਰਮ ਕਰਨੀ ਹੈ ਨਾ ਮਨ ਦੇ, ਜੇ ਲੱਜਾ ਕਰਨੀ ਹੈ, ਪਾਹ ਚਾੜ। ਜੇ ਐਵੇਂ ਪਾਹ ਚਾੜੇਗਾ ਨਾ ਤਾਂ ਫਿਰ ਭਗਤੀ ਦਾ ਰੰਗ ਚੜ੍ਹਦਾ, ਤਾਂ ਹਿਰਦੇ ਰੂਪ ਕੱਪੜੇ ਤੇ ਪਰਮੇਸ਼ਰ ਦੇ ਨਾਮ ਦਾ ਰੰਗ ਚੜ੍ਹਦਾ। ਨਹੀਂ ਤੇ ਸਾਧ ਸੰਗਤ ਜੀ ਸਾਡੇ ਸਾਹਮਣੇ ਹੀ ਹੈ ਨਾ, ਜਿਨ੍ਹਾਂ ਦੇ ਮਨ ਦੇ ਵਿੱਚ ਕੋਈ ਲੱਜਾ ਨਹੀਂ ਨਾ ਹੁੰਦੀ, ਵਿਆਹਾਂ ਸ਼ਾਦੀਆਂ ਵਿੱਚ ਸਾਹਮਣੇ ਦੇਖ ਰਿਹਾ, ਕਿਹੜਾ ਕੋਈ ਲੋਕੀ ਛੇਪੇ ਵਾਲੀ ਗੱਲ ਹੈ। ਵਡੇਰੀ ਉਮਰ ਦੇ ਜਿਨ੍ਹਾਂ ਤੋਂ ਗੁਰੂ ਘਰ ਦੇ ਵੀ ਚੌਂਕੜਾ ਮਾਰ ਕੇ ਬੈਠਾ ਨਹੀਂ ਨਾ ਜਾਂਦਾ ਸਤ ਸੰਗਤ ਦੇ ਵਿੱਚ, ਕਿੰਨੇ ਕਿੰਨੇ ਬਹਾਨੇ ਸਾਡੇ ਬਜ਼ੁਰਗ ਬਣਾਉਂਦੇ ਆ ਨਾ, ਉਹ ਕੁਰਸੀਆਂ ਤੇ ਬੈਠ ਜਾਂਦੇ ਚੜ ਕੇ, ਪਰ ਜਦੋਂ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੁੰਦਾ ਹੈ ਪੂਰਾ ਪੱਬ ਉੱਠਦਾ ਉਹਨਾਂ ਦਾ। ਕਿੱਦਾਂ ਹੱਥ ਵਿੱਚ ਭਾਵੇਂ ਖੂੰਡੀ ਫੜੀ ਹੁੰਦੀ, ਖੂੰਡੀ ਦੇ ਸਹਾਰੇ ਤੁਰਦੇ ਆ, ਪਰ ਸਾਧ ਸੰਗਤ ਜੀ ਇਦਾਂ ਦੀ ਹਾਲਤ, ਇੰਨਾ ਚਾਅ ਚੜ੍ਹਦਾ ਵਿਆਹਾਂ ਸ਼ਾਦੀਆਂ 'ਚ, ਖੂੰਡੀ ਵੀ ਉੱਚੀ ਉਠਾ ਕਰਕੇ ਤੇ ਪੱਬਾਂ ਪਾਰ ਹੋ ਕੇ ਕਿੰਨਾ ਕਿੰਨਾ ਉੱਚੀ ਉੱਚੀ ਰਵਲਾ ਪਾਉਂਦੇ, ਹਾਕਰਾਂ ਮਾਰਦੇ ਤੇ ਨੱਚਣਾ ਸ਼ੁਰੂ ਕਰ ਦਿੰਦੇ ਆ। ਪਰ ਮਹਾਰਾਜ ਕਹਿੰਦੇ ਕੋਈ ਲੱਜਾ ਨਹੀਂ ਹੈ। ਜੇ ਭਗਤੀ ਦਾ ਰੰਗ ਚਾੜਨਾ ਤੇ ਹਿਰਦੇ ਅੰਦਰ ਫਿਰ ਲੱਜਾ ਧਾਰਨ ਕਰ। ਸਤਿਗੁਰੂ ਜੀ ਦਾ ਡਰ ਮਨ ਦੇ ਵਿੱਚ ਹੋਣਾ ਚਾਹੀਦਾ ਹੈ, ਮਨ ਵਿੱਚ ਭੈ ਹੋਵੇ, ਸ਼ਰਮ ਹੋਵੇ ਕਿ ਮੇਰੀ ਉਮਰ ਕਿੰਨੀ ਲੰਘ ਗਈ ਹੈ। ਆਪਣੇ ਪੁਰਖਿਆਂ ਨੂੰ ਚੇਤੇ ਕਰ ਕਰਕੇ ਕਿ ਸਾਡੇ ਪੁਰਖਿਆਂ ਦਾ ਇਤਿਹਾਸ ਕੀ ਹੈ ਤੇ ਮੈਂ ਕੀ ਕਰਦਾ ਪਿਆ ਹਾਂ, ਕਿਸ ਲਈ ਪਰਮਾਤਮਾ ਨੇ ਸੰਸਾਰ ਵਿੱਚ ਭੇਜਿਆ ਤੇ ਮੈਂ ਕਰ ਕੀ ਕਰਿਆ ਤੇ ਮੈਨੂੰ ਕਰਨਾ ਕੀ ਚਾਹੀਦਾ। ਇਹ ਸਭ ਚੇਤੇ ਕਰ ਕਰਕੇ ਮਨ ਦੇ ਵਿੱਚ ਲੱਜਾ ਹੋਵੇ। ਮਹਾਰਾਜ ਕਹਿੰਦੇ ਇਦਾਂ ਦੀ ਸ਼ਰਮ ਰੂਪੀ ਪਾਹ ਮਨ ਦੇ ਰੂਪੀ ਕੱਪੜੇ ਤੇ ਚਾੜਨਾ ਕਰ। ਨਾਨਕ ਭਗਤੀ ਜੇ ਰਪੈ। ਗਰੀਬ ਨਵਾਜ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਹਨ, ਐ ਗੁਰਸਿੱਖੋ, ਇਉਂ ਪ੍ਰਮਾਤਮਾ ਦੀ ਭਗਤੀ ਦਾ ਰੰਗ ਚੜ੍ਹਦਾ ਹੈ ਜੇ ਮਨ ਦੇ ਵਿੱਚ ਲੱਜਾ ਹੋਵੇ, ਸ਼ਰਮ ਹੋਵੇ ਤੇ ਇੱਕ ਪ੍ਰਮਾਤਮਾ ਦਾ ਭੈ ਹੋਵੇ। ਮਹਾਰਾਜ ਕਹਿੰਦੇ ਭੈ ਰੂਪੀ ਖੁੰਭ ਚਾੜ, ਲੱਜਾ ਰੂਪੀ ਪਾਹ ਚਾੜ, ਤਾਂ ਫਿਰ ਵਾਹਿਗੁਰੂ ਦੀ ਭਗਤੀ ਦਾ ਰੰਗ ਚੜ੍ਹਦਾ। ਤੇ ਹਜੂਰ ਨੇ ਉਚਾਰਨ ਕੀਤਾ, ਨਾਨਕ ਭਗਤੀ ਜੇ ਰਪੈ। ਜੇ ਕਹਿੰਦੇ ਇਉਂ ਜੀਵਨ ਦੇ ਅੰਦਰ ਵਾਹਿਗੁਰੂ ਦੀ ਭਗਤੀ ਦਾ ਰੰਗ ਚੜ੍ਹ ਜਾਂਦਾ ਹੈ। ਊੜੈ ਸੋਏ ਨਾ ਕੋਏ। ਹਜੂਰ ਕਹਿੰਦੇ ਫਿਰ ਕੋਈ ਝੂਠੀ ਸੋਭਾ ਨਹੀਂ ਸੰਸਾਰ ਦੇ ਵਿੱਚ ਕਰਦਾ, ਸੱਚੀ ਸੋਭਾ ਹੀ ਗਾਉਂਦੇ ਹਨ। ਕਿਉਂਕਿ ਜਿਹੜੀ ਦੁਨੀਆ ਦੀ ਸੋਭਾ ਹੈ ਇਹ ਕੇਵਲ 4 ਕੁ ਦਿਨਾਂ ਦੀ ਹੈ। ਪਰਮਾਤਮਾ ਦੀ ਭਜਨ ਬੰਦਗੀ ਕਰਕੇ ਸੋਭਾ ਮਿਲਣੀ ਰਹਿੰਦੀ ਦੁਨੀਆ ਤੱਕ ਸੰਸਾਰ ਵਿੱਚ ਬਰਕਰਾਰ ਰਹਿੰਦੀ ਹੈ। ਰਹਿੰਦੀ ਦੁਨੀਆ ਤੱਕ ਸੀਸ ਤੇ ਜਸ ਰੂਪੀ ਛਤਰ ਝੁੱਲਦਾ ਰਹਿੰਦਾ ਹੈ। ਪਰਮਾਤਮਾ ਜਿਨ੍ਹਾਂ ਨੂੰ ਪ੍ਰੇਮਾ ਭਗਤੀ ਦੀ ਦਾਤ ਦੇ ਕਰਕੇ ਨਿਵਾਜਦਾ ਹੈ, ਜਿਨ੍ਹਾਂ ਦੇ ਹਿਰਦੇ ਰੂਪ ਕੱਪੜੇ ਤੇ ਪਰਮੇਸ਼ਰ ਦੇ ਭਗਤੀ ਦਾ ਰੰਗ ਚੜ੍ਹ ਜਾਂਦਾ ਹੈ, ਮਹਾਰਾਜ ਕਹਿੰਦੇ ਉਹਨਾਂ ਨੂੰ ਸਦਾ ਹੀ ਯਾਦ ਕੀਤਾ ਜਾਂਦਾ ਹੈ। ਸੰਸਾਰ ਦੇ ਅੰਦਰ ਜਿੰਨਾ ਚਿਰ ਇਹ ਲੋਕਾਈ ਹੈ, ਸੰਸਾਰ ਦੇ ਜੀਵ ਹਨ, ਉਹਨਾਂ ਚਿਰ ਉਹਨਾਂ ਨੂੰ ਰਹਿੰਦੀ ਦੁਨੀਆ ਤੱਕ ਉਹਨਾਂ ਨੂੰ ਯਾਦ ਕਰੀ ਜਾਂਦੇ ਆ ਜਿਨ੍ਹਾਂ ਨੇ ਪਰਮਾਤਮਾ ਦੀ ਭਗਤੀ ਕੀਤੀ ਹੈ। ਤੇ ਹਜੂਰ ਕਹਿੰਦੇ ਹਨ ਕਿ ਨਾਨਕ ਭਗਤੀ ਜੇ ਰਪੈ, ਕੂੜੈ ਸੋਏ ਨਾ ਕੋਏ। ਨਾ ਤਾਂ ਕੋਈ ਉਹਨਾਂ ਦੀ ਝੂਠੀ ਸੋਭਾ ਕਰਦਾ ਤੇ ਨਾ ਕੋਈ ਝੂਠ ਬੋਲ ਕਰਕੇ ਉਹਨਾਂ ਦੀ ਭੰਡੀ ਕਰ ਸਕਦਾ, ਕੋਈ ਨਿੰਦਿਆ ਵੀ ਨਹੀਂ ਕਰ ਸਕਦਾ ਉਹਨਾਂ ਦੀ। ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਦੇ ਚਰਨਾਂ ਦਾ ਪਿਆਰ ਲੱਗ ਗਿਆ, ਪ੍ਰੇਮਾ ਭਗਤੀ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋਏ ਰਹਿੰਦੇ ਆ। ਜਿਵੇਂ ਹਜੂਰ ਨੇ ਉਚਾਰਨ ਕੀਤਾ, ਜਿਨ੍ਹਾਂ ਅੰਤਰ ਗੁਰਮੁਖ ਪ੍ਰੀਤ ਹੈ, ਤਿਨ ਹਰ ਰੱਖਣ ਹਾਰਾ ਰਾਮ ਰਾਜੇ। ਤਿਨ ਕੀ ਨਿੰਦਾ ਕੋਈ ਕਿਆ ਕਰੇ, ਜਿਨ ਹਰ ਨਾਮ ਪਿਆਰਾ। ਉਹਨਾਂ ਦੀ ਨਿੰਦਾ ਕਰਕੇ ਭਲਾ ਕੀ ਕੋਈ ਵਿਗਾੜ ਲਵੇਗਾ, ਝੂਠ ਬੋਲ ਕਰਕੇ ਉਹਨਾਂ ਦਾ ਭਲਾ ਕੀ ਕੋਈ ਲਾ ਦੇਵੇਗਾ। ਕੁਝ ਨਹੀਂ ਵਿਗਾੜਿਆ ਜਾ ਸਕਦਾ, ਕਿਉਂਕਿ ਵਾਹਿਗੁਰੂ ਦੇ ਨਾਮ ਦੇ ਨਾਲ ਤਿਨਾਂ ਦਾ ਪਿਆਰ ਲੱਗਾ। ਸੋ ਹਜੂਰ ਕਹਿੰਦੇ ਉਹਨਾਂ ਦੀ ਝੂਠੀ ਸੋਭਾ ਭਲਾ ਕਿਵੇਂ ਕੋਈ ਕਰ ਸਕਦਾ, ਕਿਵੇਂ ਕੋਈ ਉਹਨਾਂ ਦੀ ਨਿੰਦਿਆ ਕਰ ਸਕਦਾ। ਜੇ ਵਾਹਿਗੁਰੂ ਦੀ ਭਗਤੀ ਦਾ ਰੰਗ ਚੜ੍ਹਿਆ, ਕੋਈ ਨਿੰਦਿਆ ਕਰੀ ਜਾਵੇ, ਉਸਤਤ ਕਰੀ ਜਾਵੇ,
ਪਰ ਵਾਹਿਗੁਰੂ ਦੇ ਪਿਆਰਿਆਂ ਨੂੰ ਰੱਤਾ ਜਿੰਨਾ ਵੀ ਕੋਈ ਮਨ ਤੇ ਅਸਰ ਨਹੀਂ ਹੁੰਦਾ। ਮਹੱਲਾ ਪਹਿਲਾ। ਲੱਭ ਪਾਪ ਦੋਇ ਰਾਜਾ ਮਹਿਤਾ। ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ। ਫਿਰ ਸਿੱਧਾ ਨੇ, ਮਹਾਰਾਜ ਕਿਰਪਾ ਕਰੋ, ਹੋਰ ਵੀ ਸਾਨੂੰ ਮਹਾਰਾਜ ਉਪਦੇਸ਼ ਬਖਸ਼ੋ ਕਿ ਕਲਯੁਗ ਦੇ ਸਮੇਂ ਅੰਦਰ ਕਿੱਦਾਂ ਦਾ ਵਰਤਾਰਾ ਵਰਤ ਰਿਹਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਫਿਰ ਮਹੱਲਾ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕੀਤਾ, ਇਹ ਸਮਝਾਉਣ ਦੇ ਵਾਸਤੇ ਕਿ ਕਿੱਦਾਂ ਦਾ ਵਰਤਾਰਾ ਕਲਯੁਗ ਦੇ ਸਮੇਂ ਅੰਦਰ ਵਰਤਦਾ ਪਿਆ। ਲੱਭ ਪਾਪ ਦੋਇ ਰਾਜਾ ਮਹਿਤਾ, ਕਹਿੰਦੇ ਮੋਹ ਰੂਪੀ ਰਾਜਾ ਹੈ। ਲੱਭ ਤੇ ਇਹ ਜਿਹੜੇ ਪਾਪ ਹੈ ਨਾ, ਇਹ ਮਹਿਤਾ ਇਹਦੇ ਵਜ਼ੀਰ ਬਣੇ ਹੋਏ ਹਨ। ਔਰ ਇਸੇ ਪ੍ਰਕਾਰ ਸਾਧ ਸੰਗਤ ਜੀ, ਜਿਹੜਾ ਮਨੁੱਖ ਲੱਭ ਕਰਦਾ ਤੇ ਭਾਵੇਂ ਲੋਭ ਕਰਦਾ ਤੇ ਪਾਪ ਹੀ ਹੈ ਨਾ। ਜਿਹੜਾ ਲੱਭ ਕਰਦਾ ਪਦਾਰਥਾਂ ਦੇ ਛਕਣ ਦਾ, ਫਿਰ ਮਹਾਰਾਜ ਕਹਿੰਦੇ ਲੋਭ ਕਰਦਾ ਪਦਾਰਥਾਂ ਦੀ ਇਕੱਤਰਤਾ ਕਰਨੇ ਦਾ, ਇਹਨਾਂ ਕਰਕੇ ਪਾਪ ਕਰਦਾ, ਝੂਠ ਬੋਲਦਾ, ਠੱਗੀਆਂ ਮਾਰਦਾ, ਛਲ ਕਰਦਾ। ਕਿਸੇ ਨਾ ਕਿਸੇ ਢੰਗ ਤਰੀਕੇ ਦੇ ਨਾਲ ਇਹਨਾਂ ਦੇ ਪਿੱਛੇ ਪਾਪ ਕਰਮ ਦਾ ਹੀ ਹੱਥ ਹੁੰਦਾ। ਤੇ ਹਜੂਰ ਕਹਿੰਦੇ ਇਹ ਮੋਹ ਰੂਪੀ ਰਾਜਾ ਬਣਿਆ ਹੋਇਆ ਹੈ। ਤੇ ਜਾਣੋ ਕਿ ਲੱਭ ਤੇ ਲੋਭ ਜਾਂ ਲੋਭ ਤੇ ਪਾਪ, ਇਹ ਦੋਵੇਂ ਦੇ ਵਜ਼ੀਰ ਬਣੇ ਹੋਏ ਹਨ। ਕੂੜ ਹੋਆ ਸਿਕਦਾਰ। ਔਰ ਇਸੇ ਪ੍ਰਕਾਰ ਮਹਾਰਾਜ ਕਹਿੰਦੇ ਲੱਭ ਪਾਪ ਦੋਇ ਰਾਜਾ ਮਹਿਤਾ। ਮਹਿਤਾ ਨਾਮ ਸਾਧ ਸੰਗਤ ਜੀ ਵਜ਼ੀਰ ਦਾ, ਔਰ ਲੰਬਰਦਾਰ ਨੂੰ ਵੀ ਸਾਧ ਸੰਗਤ ਜੀ ਮਹਿਤਾ ਕਹਿ ਦਿੱਤਾ ਜਾਂਦਾ ਹੈ। ਔਰ ਹਜੂਰ ਨੇ ਉਚਾਰਨ ਕੀਤਾ ਕੂੜ ਹੋਵਾ ਸਿਕਦਾਰ। ਤੇ ਸਿਕਦਾਰ ਜਿਹੜਾ ਸਰਦਾਰ ਬਣ ਕਰਕੇ, ਥਾਣੇਦਾਰ ਬਣ ਕੇ ਬੈਠਾ ਹੋਇਆ ਹੈ। ਸਿੱਕਿਆਂ ਨੂੰ ਬਣਾ ਕਰਕੇ ਜਮਾਉਣ ਵਾਲਾ ਜਿਹੜਾ ਥਾਣੇਦਾਰ ਹੈ, ਇਹ ਜਾਣੋ ਕਿ ਕੂੜ ਹੈ, ਝੂਠ ਹੈ। ਝੂਠ ਥਾਣੇਦਾਰ ਬਣ ਕਰਕੇ ਬੈਠਾ ਹੋਇਆ ਹੈ। ਇਦਾਂ ਦਾ ਸੰਸਾਰ ਦੇ ਅੰਦਰ ਕਲਯੁਗ ਦਾ ਵਰਤਾਰਾ ਵਰਤਦਾ ਹੈ। ਕਾਮ ਨੇਬ ਸਦ ਪੁੱਛੀਐ। ਤੇ ਫਿਰ ਜਿਹੜਾ ਇਹ ਸੰਸਾਰ ਦੇ ਅੰਦਰ ਕਾਮ ਵਿਕਾਰ ਹੈ ਨਾ, ਮਹਾਰਾਜ ਕਹਿੰਦੇ ਨੇਬ ਨਵਾਬ ਬਣ ਕਰਕੇ ਬੈਠਾ ਹੋਇਆ। ਔਰ ਇਸੇ ਪ੍ਰਕਾਰ ਨੰਬਰਦਾਰ ਬਣ ਕਰਕੇ ਬੈਠਾ ਹੋਇਆ। ਹਜੂਰ ਕਹਿੰਦੇ ਹਨ ਕਿ ਨੇਬ ਸਾਧ ਸੰਗਤ ਜੀ ਚੋਬਦਾਰ ਨੂੰ ਵੀ ਕਿਹਾ ਜਾਂਦਾ ਹੈ। ਰਾਜੇ ਦੇ ਮਹਿਲਾਂ ਦੇ ਬਾਹਰ ਚੋਬਦਾਰ ਖੜੇ ਹੁੰਦੇ ਆ ਨਾ, ਹੱਥ ਦੇ ਵਿੱਚ ਸਾਧ ਸੰਗਤ ਜੀ ਸ਼ਸਤਰ ਪਕੜ ਕਰਕੇ। ਮਹਾਰਾਜ ਕਹਿੰਦੇ ਜਿਹੜਾ ਕਾਮ ਹੈ ਨਾ, ਇਹ ਸਿੱਧੋ ਸੰਸਾਰ ਦੇ ਅੰਦਰ ਇਹ ਜਿਹੜਾ ਮੋਹ ਰੂਪੀ ਰਾਜਾ ਹੈ ਨਾ, ਇਹ ਤੇ ਮਹਿਲਾਂ ਦੇ ਅੱਗੇ ਚੋਬਦਾਰ ਬਣ ਕੇ ਖੜਿਆ ਹੋਇਆ। ਕਾਮ ਨੇਬ ਸਦ ਪੁੱਛੀ ਹੈ। ਤੇ ਬਾਰ-ਬਾਰ ਸੰਸਾਰ ਦੇ ਜੀਵਾਂ ਨੂੰ ਪੁੱਛਦਾ ਰਹਿੰਦਾ। ਕਦੇ ਕਿਸੇ ਨੂੰ ਪੁੱਛ ਕੇ ਆਪਣੇ ਅਧੀਨ ਕਰ ਲੈਂਦਾ, ਕਦੇ ਕਿਸੇ ਨੂੰ ਪੁੱਛਦਾ ਹੋਇਆ ਬਾਰ-ਬਾਰ ਇਸ ਸੰਸਾਰ ਦੇ ਜੀਵਾਂ ਨੂੰ ਪੁੱਛਦਾ ਰਹਿੰਦਾ ਹੈ। ਬਹਿ ਬਹਿ ਕਰੇ ਵਿਚਾਰ। ਤੇ ਮਹਾਰਾਜ ਕਹਿੰਦੇ ਜਿਹੜਾ ਚੋਬਦਾਰ ਹੈ ਨਾ, ਕਾਮ ਇਹ ਵਿਕਾਰ, ਇਹ ਜਾਣੋ ਕਿ ਬਹਿ ਬਹਿ ਕਰਕੇ ਵਿਚਾਰਾਂ ਕਰਦਾ ਰਹਿੰਦਾ, ਜੀਵਾਂ ਦੇ ਹਿਰਦੇ ਅੰਦਰ ਬੈਠ ਕਰਕੇ। ਕਦੇ ਕਿਸੇ ਨੂੰ ਪਰਾਏ ਰੂਪ ਨੂੰ ਤੱਕਣ ਦੇ ਵਿੱਚ ਲੱਗ ਜਾਂਦਾ ਹੈ, ਕਦੇ ਪਰਾਏ ਰੂਪਾਂ ਨੂੰ ਦੇਖ ਕਰਕੇ ਵਿਕਾਰਾਂ ਨੂੰ ਭੋਗਣ ਦੇ ਵਾਸਤੇ ਬਾਰ-ਬਾਰ ਵਿਚਾਰਾਂ ਕਰਦਾ ਹੈ। ਅੰਧੀ ਰਾਇਤ ਗਿਆਨ ਵਿਹੂਣੀ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਹਜੂਰ ਕਹਿਣ ਲੱਗੇ, ਸਿੱਧੋ ਇਹ ਜਿਹੜੀ ਰਈਅਤ ਹੈ ਨਾ, ਸੰਸਾਰ ਦੇ ਜੀਵਾਂ ਰੂਪੀ ਪਰਜਾ ਹੈ, ਇਹ ਅੰਨੀ ਹੈ। ਗਿਆਨ ਤੋਂ ਹੀਣੀ ਹੋਣ ਕਰਕੇ, ਸਹੀ ਗਿਆਨ ਨਾ ਮਿਲਣੇ ਕਰਕੇ ਸੰਸਾਰ ਦੇ ਜੀਵ ਅੰਨੇ ਹਨ। ਮਨ ਬੁੱਧ ਰੂਪੀ ਨੇਤਰਾਂ ਦੇ ਵਿੱਚ ਵਿਚਾਰ ਰੂਪੀ ਨਿਗਾਹ ਨਾ ਹੋਣੀ ਕਰਕੇ ਸਹੀ ਰਸਤਾ ਨਹੀਂ ਨਜ਼ਰ ਆਉਂਦਾ ਪਿਆ। ਮਹਾਰਾਜ ਕਹਿੰਦੇ ਹਨ ਵਿਚਾਰ ਗਿਆਨ ਰੂਪੀ ਨੇਤਰਾਂ ਤੋਂ ਹੀਣੇ ਹੋਣ ਕਰਕੇ ਸੰਸਾਰ ਦੇ ਜੀਵ ਅੰਨੇ ਹੈ। ਅੰਧੀ ਰਈਅਤ ਗਿਆਨ ਵਿਹੂਣੀ, ਪਰਜਾ ਅੰਧੇ ਗਿਆਨ ਬਿਨ ਕੂੜ ਕੁ ਸਤ ਮੁਖ ਆਲਾਏ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਮੁਖ ਤੋਂ ਝੂਠ ਹੀ ਬੋਲੀ ਜਾ ਰਹੇ ਸਨ। ਇਦਾਂ ਦਾ ਕਲਯੁਗ ਦੇ ਅੰਦਰ ਵਰਤਾਰਾ ਵਰਤ ਰਿਹਾ। ਕੋਈ ਵੀ ਸੱਚ ਬੋਲਦਾ ਨਹੀਂ ਹੈ, ਸੱਚ ਤੋਂ ਸਭ ਨੇ ਕਿਨਾਰਾ ਹੀ ਕਰ ਲਿਆ। ਇਵੇਂ ਕਲਯੁਗ ਦੇ ਅੰਦਰ ਭਿਆਨਕ ਵਰਤਾਰਾ ਵਰਤਦਾ ਪਿਆ। ਤੇ ਹਜੂਰ ਬਖਸ਼ਿਸ਼ ਕਰਦੇ ਹਨ ਅੰਧੀ ਰਈਅਤ ਗਿਆਨ ਵਿਹੂਣੀ। ਜਿਹੜੇ ਜੀਵ ਗਿਆਨ ਤੋਂ ਹੀਣੇ ਹਨ, ਜਾਂ ਕਹਿ ਲਈਏ ਕਿ ਸੰਸਾਰ ਰੂਪੀ ਜਿਹੜੀ ਪਰਜਾ ਹੈ, ਮਹਾਰਾਜ ਕਹਿੰਦੇ ਇਹ ਗਿਆਨ ਤੋਂ ਹੀਣੇ ਹੋਣ ਕਰਕੇ ਅੰਨੀ ਜਾਣਨਾ ਕਰੋ। ਪਾਹੇ ਭਰੇ ਮੁਰਦਾਰ। ਪਾਹੇ ਨਾਮ ਅੱਗ ਦਾ ਹੈ।
ਤ੍ਰਿਸ਼ਨਾ ਰੂਪੀ ਅੱਗ ਦੇ ਵਿੱਚ ਸੜਦੇ ਹੋਏ ਇਹ ਸੰਸਾਰ ਦੇ ਜੀਵ ਮਰਦਾਰ ਖਾ ਰਹੇ ਹਨ। ਸਾਧ ਸੰਗਤ ਜੀ, ਜਿਵੇਂ ਮਹਾਰਾਜ ਸੱਚੇ ਪਾਤਸ਼ਾਹੀ ਦਾ ਗੁਰਬਾਣੀ ਵਿੱਚ ਵਚਨ ਆਉਂਦਾ ਹੈ ਨਾ, ਗੁਰ ਪੀਰ ਹਮ ਤਾਂ ਭਰੇ ਜਾ ਮਰਦਾਰ ਨਾ ਖਾਏ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਸਤਿਗੁਰੂ ਜੀ ਕਹਿੰਦੇ ਹਨ ਕਿ ਜਿਹੜੇ ਸੰਸਾਰ ਦੇ ਮੁਸਲਮਾਨ ਹੈ ਨਾ, ਜੇਕਰ ਉਹ ਝੂਠ ਬੋਲਦੇ, ਜਾਣੋ ਕਿ ਸੂਰ ਖਾਣ ਦੀ ਤਰ੍ਹਾਂ ਹੈ। ਜੇ ਹਿੰਦੂ ਕੋਈ ਝੂਠ ਬੋਲਦਾ ਹੈ, ਉਹਦੇ ਜਾਣੋ ਕਿ ਗਊ ਖਾਣ ਦੀ ਤਰ੍ਹਾਂ ਹੈ। ਇਹ ਮਹਾਰਾਜ ਕਹਿੰਦੇ ਝੂਠ ਬੋਲ ਬੋਲ ਕਰਕੇ ਮੁਰਦਾਰ ਖਾਂਦੇ ਪਏ ਆ। ਇਸ ਪ੍ਰਕਾਰ ਇਦਾਂ ਦੀ ਸੰਸਾਰ ਦੇ ਜੀਵਾਂ ਦੀ ਹਾਲਤ ਬਣ ਚੁੱਕੀ ਹੈ। ਭਾਹੇ ਭਰੇ ਮੁਰਦਾਰ, ਤ੍ਰਿਸ਼ਨਾ ਨੂੰ ਬੁਝਾਉਣ ਦੇ ਵਾਸਤੇ ਝੂਠ ਬੋਲਣ ਰੂਪੀ ਮੁਰਦਾਰ ਖਾਈ ਜਾ ਰਹੇ ਹਨ। ਗਿਆਨੀ ਨਚਹਿ ਬਾਜੇ ਬਾਵਹਿ। ਤੇ ਸੰਸਾਰ ਦੇ ਜਿਹੜੇ ਗਿਆਨੀ ਪੁਰਖ ਹਨ, ਕਲਯੁਗ ਦੇ ਭਿਆਨਕ ਸਮੇਂ ਅੰਦਰ ਮਹਾਰਾਜ ਕਹਿੰਦੇ ਉਹਨਾਂ ਦੀ ਕਿੱਦਾਂ ਦੀ ਹਾਲਤ ਹੈ। ਗਿਆਨੀ ਨਚਹਿ, ਮਹਾਰਾਜ ਕਹਿੰਦੇ, ਉਹ ਕਹਿੰਦੇ ਕਿ ਸਾਨੂੰ ਬੜਾ ਗਿਆਨ ਹੈ। ਜਿਵੇਂ ਰਾਸ ਧਾਰੀਏ ਹੁੰਦੇ ਆ ਨਾ, ਉਹ ਭੇਖ ਬਣਾ ਲੈਂਦੇ ਹਨ ਆਪਣੇ ਤਨ ਦੇ ਉੱਪਰ, ਰਾਸਾਂ ਪਾਉਂਦੇ ਐ, ਕਦੇ ਕ੍ਰਿਸ਼ਨ ਜੀ ਦੀਆਂ, ਕਦੇ ਰਾਧਿਕਾ ਦੀਆਂ, ਕਦੇ ਰਾਮਚੰਦਰ ਜੀ, ਕਦੇ ਸੀਤਾ ਦੀਆਂ। ਇਸ ਪ੍ਰਕਾਰ ਦੇਵੀ ਦੇਵਤਿਆਂ ਦੀਆਂ, ਆਪਣੇ ਪੀਰਾਂ ਪੈਗੰਬਰਾਂ ਅਵਤਾਰਾਂ ਦੀਆਂ, ਉਹਨਾਂ ਦੇ ਆਪਣੇ ਸਰੂਪ ਬਣਾ ਕਰਕੇ ਉਹਨਾਂ ਦੀਆਂ ਝਾਕੀਆਂ ਕੱਢਦੇ, ਰਾਸਾਂ ਕੱਢਦੇ ਹਨ। ਜਦੋਂ ਜਨਮ ਅਸ਼ਟਮੀ ਆਉਂਦੀ ਹੈ ਨਾ, ਕਿਵੇਂ ਝਾਕੀਆਂ ਕੱਢਦੇ ਆ। ਮਹਾਰਾਜ ਕਹਿੰਦਾ ਇਦਾਂ ਦੇ ਜਿਹੜੇ ਰਾਸ ਧਾਰੀਏ ਹੈ ਨਾ, ਆਪਣੇ ਆਪ ਨੂੰ ਗਿਆਨੀ ਅਖਵਾਉਂਦੇ ਆ ਕਿ ਸਾਨੂੰ ਬੜਾ ਗਿਆਨ ਹੈ। ਪਰ ਕਲਯੁਗ ਦੇ ਭਿਆਨਕ ਸਮੇਂ ਦੇ ਕਿੱਦਾਂ ਦੇ ਗਿਆਨੀ ਪੁਰਖ ਹਨ। ਹਜੂਰ ਨੇ ਉਚਾਰਨ ਕੀਤਾ, ਗਿਆਨੀ ਨਚਹਿ ਵਾਜੇ ਵਾਵਹਿ। ਜਿਹੜੇ ਉਹਨਾਂ ਦੇ ਚੇਲੇ ਵਾਜੇ ਵਜਾਉਂਦੇ ਆ ਜਾਂ ਫਿਰ ਖਿੜ ਖੜਾ ਕੇ ਹੱਸਦੇ ਆ, ਤੇ ਜਿਹੜੇ ਰਾਸ ਧਾਰੀ ਆ ਆਪਣੇ ਆਪ ਨੂੰ ਗਿਆਨਵਾਨ ਖਵਾਉਂਦੇ ਆ, ਉਹ ਉੱਚੀ ਉੱਚੀ ਨੱਚਣਾ ਸ਼ੁਰੂ ਕਰ ਦਿੰਦੇ ਹਨ। ਪਰ ਨੱਚਿਆ ਟੱਪਿਆ ਭਗਤ ਨਾ ਹੋਏ। ਨੱਚਣ ਟੱਪਣ ਦੇ ਨਾਲ ਪ੍ਰਮਾਤਮਾ ਦੀ ਭਗਤੀ ਥੋੜਾ ਹੋ ਸਕਦੀ ਹੈ, ਚਿਤ ਬਿਰਤੀ ਨੂੰ ਇਕਾਗਰ ਥੋੜਾ ਕੀਤਾ ਜਾ ਸਕਦਾ ਹੈ। ਪਰ ਕਲਯੁਗ ਦੇ ਸਮੇਂ ਦੇ ਲੱਛਣ ਦੱਸਦੇ ਆ। ਮਹਾਰਾਜ ਕਹਿੰਦੇ ਐਵੇਂ ਨਾਚ ਕਰਦੇ ਆ, ਉਹ ਨਚਾਰ ਬਣ ਬਣ ਕਰਕੇ ਸੰਸਾਰ ਦੇ ਅੰਦਰ ਲੋਕਾਂ ਨੂੰ ਨੱਚ ਕਰਕੇ ਦਿਖਾਉਂਦੇ ਹਨ। ਰੂਪ ਕਰਹਿ ਸਿਗਾਰ। ਤੇ ਫਿਰ ਆਪਣੇ ਤਨ ਦੇ ਉੱਪਰ ਸੋਹਣਾ ਰੂਪ ਬਣਾ ਕਰਕੇ, ਜਾਂ ਫਿਰ ਕੋਈ ਕ੍ਰਿਸ਼ਨ ਜੀ ਦਾ ਆਪਣਾ ਭੇਖ ਬਣਾ ਲੈਂਦਾ, ਕੋਈ ਰਾਮਚੰਦਰ ਜੀ ਦਾ ਆਪਣੇ ਤਨ ਤੇ ਭੇਖ ਬਣਾ ਲੈਂਦਾ, ਤੇ ਸ਼ਿੰਗਾਰ ਸ਼ੀਸ਼ੇ ਲਾ ਕਰਕੇ ਬੜਾ ਸ਼ਿੰਗਾਰ ਕਰਦੇ ਹਨ। ਮਹਾਰਾਜ ਕਹਿੰਦੇ ਕਲਯੁਗ ਦੇ ਸਮੇਂ ਦੇ ਇਦਾਂ ਦੇ ਲੱਛਣ ਹਨ। ਉੱਚੇ ਕੂਕਹਿ ਵਾਦਾ ਗਾਵਹਿ। ਤੇ ਫਿਰ ਉੱਚੀ ਉੱਚੀ ਕੂਕਾਂ ਪਾ ਕਰਕੇ, ਲੰਬੀਆਂ ਲੰਬੀਆਂ ਹੇਕਾਂ ਲਾ ਕੇ ਵਾਦਾ ਗਾਵਹਿ। ਵਾਦਾ ਕਹਿੰਦੇ ਝਗੜਿਆਂ ਨੂੰ, ਝਗੜਿਆਂ ਕਰਨ ਵਾਲੇ ਮਹਾਰਾਜ ਕਹਿੰਦੇ ਕਥਾ ਕਹਾਣੀਆਂ ਕਹਿ ਕਰਕੇ ਸੁਣਾਉਂਦੇ ਆ। ਉੱਚੇ ਕੂਕਹਿ ਵਾਦਾ ਗਾਵੇ, ਉੱਚੀ ਆਵਾਜ਼ ਦੇ ਵਿੱਚ ਗਾਉਣਾ ਸ਼ੁਰੂ ਕਰ ਦਿੰਦੇ ਹਨ। ਜੋਦਾ ਕਾ ਵਿਚਾਰ। ਤੇ ਫਿਰ ਜੋਧਿਆਂ ਦੀਆਂ ਵਿਚਾਰਾਂ ਪੜ ਕੇ ਸੁਣਾਉਂਦੇ ਹਨ ਕਿ ਜੀ ਦੁੱਲਾ ਭੱਟੀ ਵਾਲਾ ਹੋਇਆ, ਹੋਰ ਜਿਹੜੇ ਸੰਸਾਰ ਦੇ ਕੋਈ ਯੋਧੇ ਹੋਏ ਆ, ਮਹਾਰਾਜ ਕਹਿੰਦੇ ਇਦਾਂ ਦੀਆਂ ਯੋਧਿਆਂ ਦੀਆਂ ਵਿਚਾਰਾਂ ਪੜ ਕੇ ਸੁਣਾਉਂਦੇ ਆ। ਇਉਂ ਜਿਹੜੇ ਇਦਾਂ ਦੇ ਕਲਯੁਗ ਦੇ ਸਮੇਂ ਦੇ ਵਿਚਾਰਵਾਨ ਗਿਆਨੀ ਪੁਰਖ ਸਨ। ਮੂਰਖ ਪੰਡਿਤ ਹਿਕਮਤ ਹੁਜਤ। ਹਜੂਰ ਨੇ ਉਚਾਰਨ ਕੀਤਾ ਕਿ ਜਿਹੜੇ ਪੰਡਿਤ ਵਿਦਵਾਨ ਪੁਰਖ ਹੈ ਨਾ ਸੰਸਾਰ ਦੇ ਕਲਯੁਗ ਦੇ ਸਮੇਂ ਦੇ, ਮੂਰਖ ਪੰਡਿਤ ਉਹ ਬੇਸਮਝ ਹਨ। ਭਾਵੇਂ ਸ਼ਾਸਤਰਾਂ ਨੂੰ ਵੀ ਪੜ੍ਹਿਆ ਹੈ, ਵੇਦਾਂ ਨੂੰ ਵੀ ਪੜ੍ਹ ਲਿਆ, ਸਿਮਰਤੀਆਂ ਪਠਾ, ਕੁਰਾਨ ਆਦਿਕ ਵੀ ਗ੍ਰੰਥ ਪੜ੍ਹ ਲਏ, ਪਰ ਤਤ ਸਿਧਾਂਤ ਤੋਂ ਸਖਣੀ ਰਹੇ ਹਨ। ਵਾਹਿਗੁਰੂ ਦੇ ਸਰੂਪ ਰੂਪੀ ਤਤ ਨੂੰ ਤਾਂ ਨਹੀਂ ਨਾ ਜਾਣ ਸਕੇ। ਮਹਾਰਾਜ ਸਤਿਗੁਰੂ ਜੀ ਕਹਿੰਦੇ ਹਨ, ਮੂਰਖ ਪੰਡਿਤ ਹਿਕਮਤ ਹੁਜਤ। ਹਿਕਮਤ ਕਹਿੰਦੇ ਨੇ ਚਤੁਰਾਈਆਂ ਨੂੰ, ਤੇ ਹੁਜਤ ਕਹਿੰਦੇ ਨੇ ਤਰਕਾਂ ਨੂੰ। ਉਹ ਤਾਂ ਕਦੇ ਆਪਣੀਆਂ ਚਤੁਰਾਈਆਂ ਹੀ ਬਾਰ-ਬਾਰ ਜਤਾਉਂਦੇ ਰਹਿੰਦੇ ਆ, ਤੇ ਜਾਂ ਫਿਰ ਹੁਜਤਾਂ ਹੀ ਕਦੇ ਕਿਸੇ ਤੇ ਤਰਕ ਕਰ ਦਿੱਤੇ, ਕਦੇ ਕਿਸੇ ਤੇ ਤਰਕ ਕਰ ਦਿੱਤੇ। ਜਿਵੇਂ ਅੱਜ ਦੇ ਵੀ ਸਾਧ ਸੰਗਤ ਜੀ ਜਿਹੜੇ ਸਾਡੇ ਵਿਦਵਾਨ ਵੀਰ ਆ ਨਾ, ਉਹ ਵੀ ਤਰਕਵਾਦੀ ਬਣ ਚੁੱਕੇ ਆ। ਕਦੇ ਸਤਿਗੁਰੂ ਜੀ ਦੀ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤੇ ਤਰਕਾਂ ਕਰੀ ਜਾਂਦੇ ਆ, ਕਦੇ ਗੁਰ ਇਤਿਹਾਸ ਤੇ ਤਰਕਵਾਦੀ ਬਣ ਕੇ ਤਰਕਾਂ ਕਰਦੇ ਨੇ, ਕਦੇ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਤਰਕਾਂ ਕਰਦੇ ਨੇ,
ਮਹਾਰਾਜ ਕਹਿੰਦੇ ਇਹ ਕਲਯੁਗ ਦੇ ਲੱਛਣ ਹਨ। ਕਲਯੁਗ ਦੇ ਭਿਆਨਕ ਸਮੇਂ ਦੇ ਅੰਦਰ ਮੂਰਖ ਪੰਡਿਤ ਹਿਕਮਤ ਹੁਜਤ ਆਪਣੀਆਂ ਹਿਕਮਤਾਂ ਜਤਾਉਣ ਦੇ ਵਾਸਤੇ, ਆਪਣੀਆਂ ਚਤਰਾਈਆਂ ਜਤਾਉਣ ਦੇ ਵਾਸਤੇ ਬੜੇ ਹੁਜਤਾਂ ਕਰਦੇ ਰਹਿੰਦੇ ਹਨ, ਬਹੁਤੀਆਂ ਤਰਕਾਂ ਕਰਦੇ ਹਨ। ਸੰਜੈ ਕਰਹਿ ਪਿਆਰ, ਤੇ ਪਿਆਰ ਕੇਵਲ ਧਨ ਦੀ ਸੰਜੈ ਇਕੱਤਰਤਾ ਕਰਨ ਦੇ ਵਿੱਚ ਹੀ ਲੱਗਾ ਹੋਇਆ। ਪਰਮੇਸ਼ਰ ਦੇ ਚਰਨਾਂ ਦਾ ਪਿਆਰ ਨਹੀਂ ਹੈ, ਵਾਹਿਗੁਰੂ ਦੀ ਪ੍ਰਾਪਤੀ ਦਾ ਪਿਆਰ ਨਾ ਉਤਸ਼ਾਹ ਹਿਰਦੇ ਵਿੱਚ ਧਾਰਨ ਕੀਤਾ। ਮਹਾਰਾਜ ਕਹਿੰਦੀ ਸੰਜੈ ਕਰਹਿ ਪਿਆਰ, ਸੰਜੈ ਸੰਚਿਤ ਕਰਨ ਦੇ ਵਿੱਚ, ਧਨ ਪਦਾਰਥ ਪੈਸਿਆਂ ਨੂੰ ਇਕੱਠੇ ਕਰਨ ਦੇ ਵਿੱਚ ਹੀ ਹਰ ਸਮੇਂ ਪਿਆਰ ਲੱਗਾ ਰਹਿੰਦਾ ਕਿ ਇੰਨੇ ਪੈਸੇ ਮਿਲ ਜਾਣ ਫਿਰ ਕਥਾ ਕਰਾਂਗੇ, ਫਿਰ ਤੁਹਾਨੂੰ ਕੋਈ ਪ੍ਰਚਾਰ ਸੁਣਾਵਾਂਗੇ। ਕਿੰਨੇ ਕਿੰਨੇ ਲੱਖ ਪਹਿਲਾਂ ਹੀ ਅਕਾਊਂਟਾਂ ਵਿੱਚ ਪਵਾ ਕੇ ਇਹਨਾਂ ਤੇ ਫਿਰ ਕਥਾ ਕਰਨ ਵਾਸਤੇ ਜਾਂਦੇ ਆ। ਤੇ ਹਜੂਰ ਨੇ ਉਚਾਰਨ ਕੀਤਾ ਸੰਜੈ ਕਰਹਿ ਪਿਆਰ, ਕੇਵਲ ਧਨ ਨੂੰ ਇਕੱਠੇ ਕਰਨ ਦੇ ਨਾਲ ਹੀ ਪਿਆਰ ਹੈ। ਇਹ ਕਲਯੁਗ ਦੇ ਭਿਆਨਕ ਸਮੇਂ ਦੇ ਲੱਛਣ ਹਨ। ਧਰਮੀ ਧਰਮ ਕਰਹਿ ਗਾਵਹਿ, ਤੇ ਜਿਹੜੇ ਆਪਣੇ ਆਪ ਨੂੰ ਧਰਮੀ ਅਖਵਾਉਣ ਦਾ ਦਾਅਵਾ ਕਰਦੇ ਹਨ ਕਿ ਅਸੀਂ ਧਰਮੀ ਹਾਂ, ਅਸੀਂ ਧਰਮ ਦੇ ਚਿੰਨ੍ਹ ਧਾਰਨ ਕੀਤੇ ਹੋਏ ਹਨ, ਮਹਾਰਾਜ ਕਹਿੰਦੇ ਉਹ ਆਪਣਾ ਧਰਮ ਜਿਹੜਾ ਨਾ ਕੇਵਲ ਚੰਦ ਕੋ ਪੈਸਿਆਂ ਦੇ ਬਦਲੇ ਹੀ ਗਵਾ ਦਿੰਦੇ ਹਨ। ਇਦਾਂ ਹੀ ਅੱਜ ਹਾਲਤ ਬਣ ਚੁੱਕੀ ਹੈ ਨਾ। ਲਾਲਚ ਅਧੀਨ ਹੋ ਕਰਕੇ ਕਈ ਸਿੱਖਾਂ ਨੇ ਈਸਾਈ ਮਤ ਨੂੰ ਧਾਰਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਸਾਧ ਸੰਗਤ ਜੀ ਕਲਯੁਗ ਦੇ ਭਿਆਨਕ ਸਮੇਂ ਦੇ ਲੱਛਣ ਹਨ। ਜੋ ਗਰੀਬ ਨਵਾਜ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਕਿਹਾ ਇਹ ਸੱਤ ਹੈ। ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਐਸੇ ਜਿਹੜੇ ਸੰਸਾਰ ਦੇ ਜੀਵ ਹੈ ਨਾ, ਧਰਮੀ ਧਰਮ ਕਰਹਿ ਗਾਵਾਵਹਿ, ਉਹ ਥੋੜੇ ਸਮੇਂ ਦੇ ਵਿੱਚ ਹੀ ਆਪਣੇ ਧਰਮ ਨੂੰ ਗਵਾ ਲੈਂਦੇ ਆ, ਜਾਂ ਲਾਲਚ ਅਧੀਨ ਹੋ ਕਰਕੇ ਜਾਂ ਕਿਸੇ ਕਾਰਨ ਕਰਕੇ। ਪਰ ਜਿਹੜਾ ਮਨੁੱਖ ਧਰਮੀ ਹੁੰਦਾ ਹੈ ਨਾ, ਉਹ ਆਪਾ ਭਾਵੇਂ ਕੁਰਬਾਨ ਕਰ ਦਿੰਦਾ, ਪਰ ਧਰਮ ਤੋਂ ਨਹੀਂ ਕਦੇ ਵੀ ਮੁਨਕਰ ਹੁੰਦਾ। ਧਰਮ ਨਹੀਂ ਕਦਾਚਿਤ ਵੀ ਛੱਡਦਾ, ਧਰਮ ਦੀ ਮਰਜ਼ਾਦਾ ਨੂੰ ਕਦਾਚਿਤ ਵੀ ਕਦੇ ਵੀ ਉਲੰਘਣਾ ਨਹੀਂ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਦਾ ਬਖਸ਼ਿਆ ਹੋਇਆ ਧਰਮ ਆਪਣੇ ਜੀਵਨ ਦੇ ਵਿੱਚ ਧਾਰਨ ਕਰੀ ਰੱਖਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਹਿੰਦੇ ਪਰ ਕਲਯੁਗ ਦੇ ਸਮੇਂ ਦੇ ਇਦਾਂ ਦੇ ਜੀਵ ਹਨ, ਧਰਮੀ ਧਰਮ ਕਰਹਿ ਗਾਵਾਵਹਿ। ਤੇ ਮਹਾਰਾਜ ਕਹਿੰਦੇ ਆਪਣਾ ਧਰਮ ਹੀ ਗਵਾ ਲੈਂਦੇ ਆ। ਜਿਵੇਂ ਵੱਡੀ ਲੈ ਕੇ ਹੱਕ ਗਵਾਏ, ਕਈ ਵੱਡੀਆਂ ਲੈ ਲੈ ਕਰਕੇ ਧਰਮ ਗਵਾ ਲੈਂਦੇ ਆ। ਲਾਲਚ ਅਧੀਨ ਹੋ ਕਰਕੇ ਕਦੇ ਕਿਸੇ ਤੋਂ ਵੱਡੀ ਲੈ ਲਈ, ਕਦੇ ਕਿਸੇ ਤੋਂ ਪੈਸੇ ਲੈ ਲਏ, ਤੇ ਨਿਆਂ ਦੀ ਥਾਂ ਤੇ ਅਨਿਆਂ ਕਰ ਦੇਣਾ, ਅਨਿਆਂ ਦੀ ਥਾਂ ਤੇ ਨਿਆਂ ਕਰ ਦੇਣਾ, ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਬਣਾ ਕਰਕੇ ਪੇਸ਼ ਕਰ ਦੇਣਾ। ਮਹਾਰਾਜ ਕਹਿੰਦੇ ਇਹੋ ਵੀ ਧਰਮ ਗਵਾਉਂਦੇ ਪਏ ਹਨ। ਧਰਮ ਤੋਂ ਥੋੜੀ ਜਿਹੀ ਗੱਲ ਤੋਂ ਮੁਨਕਰ ਹੋ ਜਾਂਦੇ ਆ। ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ੀ ਹੋਈ ਸਿੱਖੀ ਤੋਂ ਵੀ ਕਈ ਪਤਿਤ ਹੋ ਜਾਂਦੇ ਹਨ। ਲਾਲਚ ਅਧੀਨ ਹੋ ਕਰਕੇ ਪਤਿਤ ਪੁਣੇ ਵਿੱਚ ਪੈ ਕੇ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਬੇਮੁਖ ਹੋ ਜਾਂਦੇ ਆ। ਇਦਾਂ ਦੇ ਮਹਾਰਾਜ ਕਹਿੰਦੇ ਕਲਯੁਗੀ ਜੀਵਾਂ ਦੇ ਧਰਮ ਹਨ। ਮੰਗਹਿ ਮੋਖ ਦੁਆਰ, ਤੇ ਫਿਰ ਬਾਅਦ ਵਿੱਚ ਕਹਿੰਦੇ ਸਾਨੂੰ ਮੋਖ ਮੁਕਤੀ ਦਾ ਦੁਆਰਾ ਮਿਲ ਜਾਵੇ। ਜੀਵਨ ਦੇ ਵਿੱਚ ਧਰਮ ਨੂੰ ਨਹੀਂ ਧਾਰਨ ਕਰਕੇ ਰੱਖਿਆ, ਧਰਮ ਦੇ ਵਿੱਚ ਬਰਕਰਾਰ ਨਹੀਂ ਰਹੇ, ਪਰ ਬਾਅਦ ਕਹਿੰਦੇ ਹਨ ਮੰਗਹਿ ਮੋਖ ਦੁਆਰ। ਮੰਗਾ ਇੱਛਾਵਾਂ ਤਾਂ ਰੱਬ ਤੋਂ ਵੱਡੀਆਂ ਵੱਡੀਆਂ ਰੱਖਦੇ ਸਾਨੂੰ ਮੁਕਤੀ ਦਾ ਦੁਆਰਾ, ਗਿਆਨ ਦੀ ਪ੍ਰਾਪਤੀ ਹੋ ਜਾਵੇ। ਗਿਆਨ ਤਾਂ ਹੀ ਮਿਲਣਾ ਸੀ ਨਾ ਜੇ ਸਤਿਗੁਰੂ ਜੀ ਦੇ ਭੈ ਵਿੱਚ ਰੱਖ ਕੇ ਮਹਾਰਾਜ ਸਾਹਿਬ ਜੀ ਦੇ ਬਚਨਾਂ ਨੂੰ ਜੀਵਨ ਦੇ ਵਿੱਚ ਸੱਤ ਕਰਕੇ ਮੰਨਦਾ। ਪਰ ਮਹਾਰਾਜ ਕਹਿੰਦੇ ਉਹ ਤਾਂ ਕੀਤਾ ਨਹੀਂ, ਧਰਮ ਤੋਂ ਮੁਨਕਰ ਹੋ ਗਿਆ, ਗੁਰੂ ਕੇ ਬਚਨ ਮੰਨਣ ਤੋਂ ਵੀ ਅਬਿਸਲਾ ਹੋ ਕਰਕੇ ਰਿਹਾ। ਪਰ ਬਾਅਦ ਵਿੱਚ ਕਹਿੰਦਾ ਮੰਗੇ ਮੋਖ ਦੁਆਰ, ਮੈਨੂੰ ਮੁਕਤੀ ਦਾ ਦੁਆਰਾ ਗਿਆਨ ਪ੍ਰਾਪਤ ਹੋ ਜਾਵੇ। ਸਤਿਗੁਰੂ ਜੀ ਕਹਿੰਦੇ ਇਦਾਂ ਦੇ ਕਲਯੁਗੀ ਜੀਵਾਂ ਦੇ ਲੱਛਣ ਹਨ। ਜਤੀ ਸਦਾ ਵਹਿ ਜਉਤ ਨਾ ਜਾਣਹਿ, ਤੇ ਕਈ ਆਪਣੇ ਆਪ ਨੂੰ ਬ੍ਰਹਮਚਾਰੀ ਕਹਿੰਦੇ ਹਨ ਕਿ ਅਸੀਂ ਬ੍ਰਹਮਚਾਰੀ ਹਾਂ, ਜਤ ਸਰ ਦੇ ਵਿੱਚ ਪ੍ਰਪੱਕ ਰਹਿੰਦੇ ਹਾਂ। ਪਰ ਹਜੂਰ ਕਹਿੰਦੇ ਉਹ ਜਤ ਰੱਖਣ ਦੀ ਜੁਗਤ ਨਹੀਂ ਜਾਣਦੇ ਕਿ ਜਤੀ ਹੋਈ ਦਾ ਕਿਵੇਂ ਹੈ। ਅਸਲ ਦੇ ਵੀ ਜਤੀ ਕਿਸ ਨੂੰ ਕਿਹਾ ਜਾਂਦਾ ਹੈ, ਬ੍ਰਹਮਚਾਰੀ ਕਿਹਾ ਕਿਸ ਨੂੰ ਜਾਂਦਾ ਹੈ। ਮਹਾਰਾਜ ਕਹਿੰਦੇ ਅਸਲ ਦੀ ਵੀ ਜੁਗਤ ਜਾਣਦੇ ਨਹੀਂ ਹੈ, ਪਰ ਆਪਣੇ ਆਪ ਨੂੰ ਐਵੇਂ ਝੂਠੇ ਦਾਅਵੇ ਕਰ ਕਰਕੇ ਦਿਖਾਉਂਦੇ ਰਹਿੰਦੇ ਸੰਸਾਰ ਦੇ ਅੰਦਰ ਕਿ ਅਸੀਂ ਜਤੀ ਹਾਂ,
ਬੜੇ ਜਤ ਸਰ ਦੇ ਵਿੱਚ ਪਰਪੱਕ ਰਹਿੰਦੇ ਹਾਂ। ਛੱਡ ਬਹਿ ਘਰ ਬਾਰ, ਜਿਹੜੀ ਅਸਲ ਜੁਗਤ ਸੀ ਨਾ ਜਤ ਸਰ ਦੇ ਵਿੱਚ ਪਰਪੱਕ ਰਹਿਣੇ ਦੀ, ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਇਹ ਜੁਗਤ ਦੱਸੀ ਹੈ ਉਪਦੇਸ਼ ਦਿੰਦਿਆਂ ਹੋਇਆ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣੈ, ਦੇਖ ਪਰਾਈਆ ਚੰਗੀਆ ਮਾਵਾਂ ਭੈਣਾ ਧੀਆਂ ਜਾਣੈ। ਇਹ ਸਾਧ ਸੰਗਤ ਜੀ ਜਤ ਹੈ ਜੋ ਗੁਰਮਤਿ ਦਾ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਸਿੱਖੀ ਦੇ ਵਿੱਚ ਜਤ ਬਖਸ਼ਿਸ਼ ਕੀਤਾ ਹੈ। ਉਹ ਇਹ ਹੈ ਕਿ ਆਪ ਤੋਂ ਵੱਡਿਆਂ ਨੂੰ ਮਾਵਾਂ ਦੇ ਸਮਾਨ ਸਮਝਣਾ, ਬਰਾਬਰ ਦਿਆਂ ਨੂੰ ਭੈਣਾਂ ਦੇ ਸਮਾਨ, ਛੋਟੀਆਂ ਨੂੰ ਧੀਆਂ ਦੇ ਸਮਾਨ ਜਾਣਨਾ। ਇਸੇ ਪ੍ਰਕਾਰ ਬੀਬੀਆਂ ਦੇ ਵਾਸਤੇ ਵੀ ਇਹ ਜਤ ਬਖਸ਼ਿਆ ਹੋਇਆ, ਆਪ ਤੋਂ ਵੱਡਿਆਂ ਨੂੰ ਪਿਤਾ ਸਮਾਨ, ਬਰਾਬਰ ਦਿਆਂ ਨੂੰ ਭਰਾ ਦੇ ਸਮਾਨ, ਛੋਟਿਆਂ ਨੂੰ ਪੁੱਤਰਾਂ ਦੇ ਸਮਾਨ ਜਾਣਨਾ। ਇਹ ਸਾਧ ਸੰਗਤ ਜੀ ਗੁਰਮਤਿ ਦੇ ਵਿੱਚ ਜਤ ਬਖਸ਼ਿਆ ਹੈ। ਮਹਾਰਾਜ ਕਹਿੰਦੇ ਕਲਯੁਗ ਦੇ ਸਮੇਂ ਦੇ ਜੀਵਾਂ ਨੇ ਇਹ ਜਤ ਰੱਖਣ ਦੀ ਜੁਗਰਤਾ ਜਾਣੀ ਨਹੀਂ ਹੈ, ਪਰ ਛੱਡ ਬਹਿ ਘਰ-ਬਾਰ, ਘਰ-ਬਾਰ ਛੱਡ ਕੇ ਚਲਾ ਗਿਆ ਜੰਗਲਾਂ ਦੇ ਵਿੱਚ, ਕਦੇ ਕਿਸੇ ਥਾਂ ਤੇ ਭਟਕਦਾ ਫਿਰਦਾ, ਕਦੇ ਕਿਸੇ ਥਾਂ ਤੇ ਕਿ ਮੈਂ ਬ੍ਰਹਮਚਾਰੀ ਬਣ ਗਿਆ ਹਾਂ, ਬ੍ਰਹਮਚਰਜ ਰੱਖ ਲਿਆ ਕਿ ਮੈਂ ਜਤ ਦੇ ਵਿੱਚ ਪਰਪੱਕ ਹਾਂ। ਪਰ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਜਦੋਂ ਤੱਕ ਆਪਣਾ ਮੰਦਾ ਸੁਭਾਅ ਨਹੀਂ ਨਾ ਮਨੁੱਖ ਛੱਡਦਾ, ਮੰਦਾ ਸੁਭਾਅ ਨਹੀਂ ਛੱਡਦਾ ਔਰ ਮਨ ਦੇ ਮਾੜੇ ਫੁਰਨੇ ਨਹੀਂ ਧਾਰਨ ਕਰਨੋਂ ਛੱਡਦਾ, ਪਰਾਏ ਰੂਪਾਂ ਨੂੰ ਤੱਕਣ ਤੋਂ ਛੱਡਦਾ ਨਹੀਂ ਹੈ, ਹਜੂਰ ਕਹਿੰਦੇ ਹਨ ਉਹਨਾਂ ਚਿਰ ਕਦੇ ਵੀ ਇਹਦਾ ਜਤ ਪਰਪੱਕ ਨਹੀਂ ਰਹਿ ਸਕਦਾ। ਜਿਵੇਂ ਸਤਿਗੁਰੂ ਜੀ ਦਾ ਬਚਨ ਆਉਂਦਾ ਗੁਰਬਾਣੀ ਅੰਦਰ, ਗ੍ਰਹਿ ਤਜ ਬਨ ਖੰਡ ਜਾਈਐ ਚੁਣ ਖਾਈਐ ਕੰਦਾ। ਗ੍ਰਹਿ ਘਰ ਬਾਹਰ ਛੱਡ ਕੇ ਚਲਾ ਗਿਆ ਜੰਗਲਾਂ ਦੇ ਵਿੱਚ ਤੇ ਜਾ ਕਰਕੇ ਕਹਿੰਦਾ ਕਿ ਮੈਂ ਫਲ ਆਦਿ ਖਾ ਕੇ ਗੁਜ਼ਾਰਾ ਕਰ ਲਵਾਂਗਾ। ਮਹਾਰਾਜ ਕਹਿੰਦੇ ਅਜੋ ਬੇਕਾਰ ਨਾ ਛੋੜਈ ਪਾਪੀ ਮਨ ਮੰਦਾ। ਬੇਕਾਰ ਤਾਂ ਨਹੀਂ ਨਾ ਦੇ ਛੱਡੇ, ਪਾਪੀ ਮਨ ਨੇ। ਅਸਲ ਦੇ ਵਿੱਚ ਵਿਕਾਰਾਂ ਦਾ ਤਿਆਗ ਕਰਨਾ ਸੀ, ਔਗੁਣਾਂ ਨੂੰ ਛੱਡਣਾ ਸੀ, ਪਰ ਉਹ ਤਾਂ ਛੱਡੇ ਨਾ। ਮਹਾਰਾਜ ਕਹਿੰਦੇ ਹਨ ਜਤੀ ਸਦਾਵਹਿ ਜੁਗਤ ਨਾ ਜਾਣਹਿ, ਛੱਡ ਬਹਿ ਘਰ ਬਾਰ। ਇਸ ਸੰਸਾਰ ਦੇ ਕਲਯੁਗ ਦੇ ਜੀਵਾਂ ਦੇ ਲੱਛਣ ਦੱਸਦੇ ਹੈ ਕਿ ਜਤੀ ਬਣਨ ਦੀ ਕੋਈ ਜੁਗਰਤਾ ਜਾਣਦੇ ਨਹੀਂ ਹੈ, ਕੋਈ ਸਮਝਤਾ ਨਹੀਂ ਹੈ ਕਿ ਜਤ ਹੁੰਦਾ ਕੀ ਹੈ। ਪਰ ਮਹਾਰਾਜ ਕਹਿੰਦੇ ਘਰ-ਬਾਰ ਛੱਡ ਕੇ ਐਵੇਂ ਹੀ ਸੰਸਾਰ ਦੇ ਅੰਦਰ ਜਤੀ ਬਣ ਕੇ, ਝੂਠੇ ਜਤੀ ਬਣ ਕੇ ਬੈਠ ਜਾਂਦੇ ਹਨ। ਸਭ ਕੋ ਪੂਰਾ ਆਪੇ ਹੋਵੇ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ ਸੰਸਾਰ ਭਰ ਦੇ ਅੰਦਰ ਕਲਯੁਗ ਦੇ ਹਰ ਕੋ ਭਾਵੇਂ ਕੋਈ ਨਿੱਕਾ ਕੋਈ ਵੱਡਾ ਹੈ, ਕਹਿੰਦਾ ਕਿ ਮੈਂ ਪੂਰਨ ਹਾਂ। ਸਭ ਕੋ ਪੂਰਾ ਆਪੇ ਹੋਵੇ। ਆਪਣੇ ਆਪ ਦੇ ਵਿੱਚ ਹੀ ਕਹੀ ਜਾਂਦਾ ਕਿ ਮੈਂ ਸਤਿਪੁਰਸ਼ ਹਾਂ, ਮੈਂ ਸੰਤ ਹਾਂ, ਮਹਾਂਪੁਰਖ ਹਾਂ, ਮੈਂ ਬ੍ਰਹਮ ਗਿਆਨੀ ਹਾਂ, ਮੈਂ ਹੀ ਪੂਰਨ ਹਾਂ। ਮੇਰੇ ਵਿੱਚ ਅਧੂਰਾਪਣ ਨਹੀਂ ਹੈ, ਬਾਕੀ ਸਾਰੇ ਸੰਸਾਰ ਦੇ ਜੀਵ ਅਧੂਰੇ ਹੈ। ਫਿਰ ਜਿਵੇਂ ਹਜੂਰ ਨੇ ਉਚਾਰਨ ਕੀਤਾ ਹੈ, ਕਹਿੰਦੇ ਹਨ ਕਿ ਘਾਟ ਨਾ ਕਿਨਹਿ ਕਹਾਇਆ, ਸਭ ਕਹਤੇ ਹੈ ਪਾਇਆ। ਹਰ ਕੋਈ ਕਹਿੰਦਾ ਕਿ ਮੈਂ ਰੱਬ ਨੂੰ ਪਾ ਲਿਆ, ਮੈਨੂੰ ਰੱਬ ਮਿਲ ਗਿਆ। ਕੋਈ ਨਹੀਂ ਕਹਿੰਦਾ ਕਿ ਮੇਰੇ ਵਿੱਚ ਘਾਟ ਹੈ। ਆਪਣੇ ਆਪ ਨੂੰ ਪੂਰਾ ਹੀ ਗਿਣੀ ਜਾਂਦੇ ਹਨ। ਇਹ ਮਹਾਰਾਜ ਕਹਿੰਦੇ ਕਲਯੁਗ ਦੇ ਲੱਛਣ ਹਨ। ਘਟ ਨਾ ਕੋਈ ਆਖੈ। ਆਪਣੇ ਆਪ ਨੂੰ ਕੋਈ ਨਹੀਂ ਕਹਿੰਦਾ ਕਿ ਘਾਟਾ। ਕੌਣ ਸਾਧ ਸੰਗਤ ਜੀ ਖਵਾਉਂਦਾ ਕਿ ਮੈਂ ਘਾਟਿਆ ਕਿਸੇ ਨਾਲ? ਹਰ ਕੋਈ ਵੱਧ ਕਰਕੇ ਦੱਸਦਾ। ਅਸੀਂ ਸਾਰੇ ਦੱਸਦੇ ਹਾਂ ਕਿ ਮੈਂ ਸਭ ਤੋਂ ਵੱਡਾ ਹਾਂ, ਮੇਰੇ ਵਿੱਚ ਗੁਣ ਬਹੁਤੇ ਹਨ, ਮੇਰੇ ਕੋਲ ਗਿਆਨ ਬਹੁਤਾ ਹੈ। ਮੇਰੇ ਵਰਗਾ ਕੌਣ ਹੈ ਸੰਸਾਰ ਦੇ ਅੰਦਰ? ਮੈਂ ਤਾਂ ਪੂਰਨ ਬ੍ਰਹਮ ਗਿਆਨੀ ਹਾਂ। ਮਹਾਰਾਜ ਕਹਿੰਦੇ ਘਟ ਨਾ ਕੋਈ ਆਖੈ। ਕੋਈ ਨਹੀਂ ਆਪਣੇ ਆਪ ਨੂੰ ਘੱਟ ਖਵਾਉਂਦਾ, ਹਰ ਕੋਈ ਪੂਰਾ ਹੀ ਗਿਣਾਈ ਜਾਂਦਾ ਹੈ। ਪਤ ਪਰਵਾਣਾ ਪਿਛੈ ਪਾਈਐ। ਪਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹਜੂਰ ਕਹਿੰਦੇ ਹਨ ਕਿ ਜਿਹੜੇ ਪਿੱਛੇ ਪਹਿਲਾਂ ਹੋ ਚੁੱਕੇ ਹਨ, ਜਤ ਨੂੰ ਧਾਰਨ ਕਰਨ ਵਾਲੇ, ਜਤ ਸਰ ਦੇ ਵਿੱਚ ਪਰਪੱਕ ਰਹਿਣ ਵਾਲੇ, ਜਿਵੇਂ 6 ਜਤੀ ਹੈ ਨਾ ਸਾਧ ਸੰਗਤ ਜੀ, ਜਿਹੜੇ ਦੱਤਾਤਰੇ ਹੈ, ਲਛਮਣ ਹੈ, ਇਸ ਪ੍ਰਕਾਰ ਇਹ ਜਿਹੜੇ ਸਾਧ ਸੰਗਤ ਜੀ ਜਤੀ ਜਿਨ੍ਹਾਂ ਨੇ ਜਤ ਦੇ ਵਿੱਚ ਪਰਪੱਕ ਰਹਿਣਾ ਕੀਤਾ, ਮਹਾਰਾਜ ਕਹਿੰਦੇ ਪਤ ਪਰਵਾਣਾ ਪਿੱਛੇ ਪਾਈਐ। ਤਿੰਨਾਂ ਦੀ ਪਤ ਇੱਜ਼ਤ ਦੇਖ ਕਰਕੇ ਕਹਿੰਦੇ ਹਨ ਵਿਚਾਰ ਦੇ ਵਿੱਚ ਤਿੰਨਾਂ ਦੀ ਇੱਜ਼ਤ ਰੂਪੀ ਵੱਟੇ ਪਾ ਕਰਕੇ ਉਹਨੂੰ ਤੋਲ ਕਰਕੇ ਦੇਖੀਏ, ਆਪਣੇ ਅੰਦਰ ਵਿਚਾਰ ਕਰਕੇ ਦੇਖੀਏ ਕਿ ਸਾਡਾ ਉਹਨਾਂ ਵਰਗਾ ਜੀਵਨ ਹੈ। ਅਸੀਂ ਜਤ ਸਰ ਦੇ ਵਿੱਚ ਪਰਪੱਕ ਹਾਂ
ਮਹਾਰਾਜ ਕਹਿੰਦੇ ਉਹਦੇ ਮਨ ਦੇ ਅੰਦਰ ਵਿਚਾਰ ਕਰ। ਇਹ ਜੀ ਵਿਚਾਰ ਰੂਪੀ ਤਕੜੀ ਦੇ ਵਿੱਚ ਪਾ ਕਰਕੇ ਤਿੰਨਾਂ ਦੀ ਪਤ ਇਜਦ ਰੂਪੀ ਵੱਟੇ ਪਾ ਕੇ ਫਿਰ ਤੋਲ ਕਰਕੇ ਦੇਖਣਾ ਕਰ। ਤਾ ਨਾਨਕ ਤੋਲਿਆ ਜਾਪੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਤਾਂ ਫਿਰ ਤੋਲ ਕਰਕੇ ਜਾਪਿਆ ਜਾਣਿਆ ਜਾਵੇਗਾ ਕਿ ਇਹ ਜੀਵ ਤੂੰ ਕਿੰਨਾ ਕੁ ਜਤ ਸਰ ਦੇ ਵਿੱਚ ਪਰਪੱਕ ਹੈ, ਕਿੰਨਾ ਕੁ ਤੇਰੇ ਅੰਦਰ ਜਤ ਦੀ ਪਰਪੱਕਤਾ ਹੈ। ਛਿਨ ਮਾਤਰ ਸਮੇਂ ਵਿੱਚ ਹੀ ਸਾਧ ਸੰਗਤ ਜੀ ਮਨ ਡਾਵਾਂ ਡੋਲ ਹੋ ਜਾਂਦਾ, ਡਗਮਗਾਉਣ ਲੱਗ ਪੈਂਦਾ ਹੈ। ਸਰੀਰ ਕਰਕੇ ਵੀ ਮਹਾਰਾਜ ਕਹਿੰਦੇ ਸਥਿਰ ਨਹੀਂ ਰਿਹਾ ਜਾਂਦਾ ਤੇ ਫਿਰ ਇਹ ਜੀਵ ਕਿੰਨੀਆਂ ਡੀਂਗਾਂ ਮਾਰਦਾ ਹੰਕਾਰ ਦੀਆਂ, ਮੈਂ ਜਤੀ ਹਾਂ, ਮੈਂ ਜਤ ਸਰ ਦੇ ਵਿੱਚ ਪਰਪੱਕ ਰਹਿੰਦਾ ਹਾਂ। ਪਰ ਮਹਾਰਾਜ ਕਹਿੰਦੇ ਜਿਹੜੇ ਪਹਿਲਾਂ ਸਤਿਪੁਰਸ਼ ਹੋ ਚੁੱਕੇ ਆ ਨਾ, ਉਹਨਾਂ ਦਾ ਜੀਵਨ ਰੂਪੀ ਵੱਟੇ ਪਾ ਕੇ ਤੋਲ ਕਰਕੇ ਦੇਖ, ਵਿਚਾਰ ਰੂਪੀ ਤਕੜੀ ਵਿੱਚ ਪਾ ਕੇ ਉਹਨਾਂ ਦਾ ਜੀਵਨ ਤੇ ਆਪਣੇ ਜੀਵਨ ਦੇ ਨਾਲ ਦੇਖ ਮੇਲ ਖਾਂਦਾ ਹੈ। ਜਿਵੇਂ ਸਾਧ ਸੰਗਤ ਜੀ 18 ਹਜ਼ਾਰ ਜਿਹੜੀਆਂ ਨੌਜਵਾਨ ਬਹੁ ਬੇਟੀਆਂ ਸਨ ਹਿੰਦੁਸਤਾਨ ਦੀਆਂ, ਖਾਲਸੇ ਦੇ ਤਿੰਨਾਂ ਨੂੰ ਬਚਾ ਕਰਕੇ ਘਰੋਂ ਘਰੀ ਪਹੁੰਚਾਉਣ ਦੀ ਮਹਾਨ ਸੇਵਾਵਾਂ ਕੀਤੀਆਂ ਨੇ। ਕਦੇ ਵੀ ਕਿਸੇ ਸਾਧ ਸੰਗਤ ਜੀ ਨੌਜਵਾਨ ਬੀਬੀ ਕਿਸੇ ਔਰਤ ਦੇ ਵੱਲ ਮੰਦੀ ਨਿਗਾਹ ਦੇ ਨਾਲ ਨਹੀਂ ਸੀਗਾ ਤੱਕਿਆ। ਤੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਜੀਵਨ ਦੀ ਗਾਥਾ ਹੈ। ਜੋ ਚੰਬੇ ਦੇ ਰਾਜੇ ਦੀ ਪੁੱਤਰੀ ਸੀ ਨਾ, ਉਹਦੀ ਇੰਨੀ ਜ਼ਿਆਦਾ ਤਨ ਦੀ ਸੁੰਦਰਤਾ ਸੀ, ਹਰ ਕੋਈ ਦੇਖ ਕਰਕੇ ਮਨ ਜਿਹੜਾ ਉਹਦਾ ਲਲਚਾ ਜਾਂਦਾ ਸੀਗਾ। ਮਨ ਦੇ ਅੰਦਰ ਮੰਦੇ ਫੁਰਨੇ ਸ਼ੁਰੂ ਹੋ ਜਾਂਦੇ ਸਨ। ਜਿਹੜਾ ਮਨ ਜਿਹੜਾ ਸੀਗਾ ਉਹ ਡਗਮਗਾ ਜਾਂਦਾ, ਡੋਲ ਜਾਂਦਾ ਸੀ। ਤੇ ਸਾਧ ਸੰਗਤ ਜੀ ਫਿਰ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਡਿਊਟੀ ਲਗਾਈ ਗਈ ਸੀ ਘਰ ਪਹੁੰਚਾਉਣ ਦੇ ਵਾਸਤੇ। ਤੇ ਸਿੰਘਾਂ ਨੇ ਦੁਬਾਰਾ ਫਿਰ ਹੱਥ ਜੋੜ ਕੇ ਬੇਨਤੀ ਕਰਕੇ ਪੁੱਛਿਆ ਸੀ, ਬਾਬਾ ਜੀ ਕਿ ਆਪ ਜੀ ਦਾ ਮਨ ਨਹੀਂ ਡੋਲਿਆ? ਤੇ ਕਹਿਣ ਲੱਗੇ ਜੇ ਮਨ ਨੂੰ ਵੇਲ ਮਿਲਦਾ ਤੇ ਤਾਂ ਹੀ ਡੋਲਦਾ ਨਾ। ਕਹਿੰਦੇ ਸੀ ਨਿਤਨੇਮ ਦੇ ਵੱਲ, ਗੁਰਬਾਣੀ ਪੜ੍ਹਨ ਦੇ ਵੱਲ ਮਨ ਨੂੰ ਲਾ ਕਰਕੇ ਰੱਖਿਆ, ਮਨ ਕਿੱਦਾਂ ਡੋਲ ਜਾਂਦਾ। ਤਾਂ ਹੀ ਗੁਰਸਿੱਖ ਹਰ ਸਮੇਂ ਗੁਰਬਾਣੀ ਦਾ ਜਾਪ ਕਰਦੇ ਰਹਿੰਦੇ ਆ, ਹਰ ਸਮੇਂ ਸਿਮਰਨ ਦਾ ਅਭਿਆਸ ਕਰਦੇ ਰਹਿੰਦੇ ਆ ਕਿ ਮਨ ਦਾ ਪਤਾ ਨਹੀਂ ਕਿਹੜੇ ਵੇਲੇ ਥਿੜਕ ਜਾਵੇ। ਮਨ ਦਾ ਸੁਭਾਅ ਹੀ ਇਦਾਂ ਦਾ। ਮਨ ਖੁਟਹਰ ਤੇਰਾ ਨਹੀਂ ਵਿਸਾਸ ਤੂੰ ਮਹਾ ਉਦਮਾਦਾ, ਖਰ ਕਾ ਪੈ ਕਰਤਾਉ ਛੁਟੈ ਜੋ ਉੱਪਰ ਲਾਦਾ। ਗਧੇ ਦੀ ਤਰ੍ਹਾਂ ਮਨ ਦੀ ਹਾਲਤ ਹੈ। ਖੋਤੇ ਨੂੰ ਲੱਦ ਕੇ ਰੱਖੀਏ ਨਾ ਤੇ ਸਾਧ ਸੰਗਤ ਜੀ ਉਹ ਪਸੰਡੇ ਨਹੀਂ ਮਾਰਦਾ, ਫਿਰ ਉਹ ਭੜਕਦਾ ਨਹੀਂ ਹੈ। ਮਹਾਰਾਜ ਕਹਿੰਦੇ ਮਨ ਨੂੰ ਇਸੇ ਤਰ੍ਹਾਂ ਲੱਦ ਕੇ ਰੱਖੇ, ਹਰ ਸਮੇਂ ਹੈ ਭਾਰ ਪਾ ਕੇ ਰੱਖੇ। ਕਦੇ ਨਿਤਨੇਮ ਕਰਨਾ ਸ਼ੁਰੂ ਕਰ ਦੇਵੇ, ਕਦੇ ਸਹਿਜ ਪਾਠ, ਕਦੇ ਸਿਮਰਨ, ਕਦੇ ਸੇਵਾ, ਕਦੇ ਸੰਗਤ ਵਿੱਚ ਬੈਠ ਕੇ ਨਾਮ ਜਪਣ ਲੱਗ ਪਵੇ, ਕਦੇ ਕਥਾ ਸੁਣਨ ਲੱਗ ਪਵੇ, ਕਦੇ ਕੀਰਤਨ ਸੁਣਨਾ ਸ਼ੁਰੂ ਕਰ ਦੇਵੇ। ਇਉਂ ਮਨ ਨੂੰ ਲੱਦ ਕਰਕੇ ਰੱਖੇ, ਫਿਰ ਮਨ ਥਿੜਕਦਾ ਨਹੀਂ ਹੈ, ਚੰਗੇ ਪਾਸੇ ਜੁੜਿਆ ਰਹਿੰਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਤਾਂ ਨਾਨਕ ਤੋਲਿਆ ਜਾਪੈ, ਤਾਂ ਜਾਣਿਆ ਜਾਵੇਗਾ ਕਿੰਨਾ ਕੋ ਵੱਡਾ ਤੂੰ ਜਤੀ ਹੈ, ਕਿੰਨਾ ਕੋ ਵੱਡਾ ਤੇਰੇ ਜੀਵਨ ਦੇ ਅੰਦਰ ਬ੍ਰਹਮਚਰਜ ਧਾਰਨ ਕੀਤਾ। ਜੇ ਪਹਿਲਾਂ ਸਤਿਪੁਰਸ਼ਾਂ ਦੇ ਜੀਵਨ ਰੂਪੀ ਵੱਟੇ ਪਾ ਕੇ, ਵਿਚਾਰ ਰੂਪੀ ਤਕੜੀ ਦੇ ਵਿੱਚ ਪਾ ਕੇ ਤੋਲ ਕਰਕੇ ਦੇਖਣਾ ਕਰੇਗਾ। ਮਹੱਲਾ ਪਹਿਲਾ। ਬਦੀ ਸਵਜਗ ਨਾਨਕਾ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ ਕਿ ਸੰਸਾਰ ਦੇ ਅੰਦਰ ਜਿਹੜੇ ਬਦੀ ਝਗੜਾ ਕਰਨ ਵਾਲੇ ਆ ਨਾ, ਬਦੀ ਸੰਸਾਰ ਦੇ ਜੀਵ ਹੈ, ਜਾਂ ਬਦੀ ਪਾਪ ਕਰਨ ਵਾਲੇ, ਬੁਰਾ ਸੋਚਣ ਵਾਲੇ, ਬੁਰਾ ਕਰਨ ਵਾਲੇ, ਮਹਾਰਾਜ ਕਹਿੰਦੇ ਉਹ ਪਰਮਾਤਮਾ ਦੇ ਸੋ ਵਜਗ ਵਿਸ਼ੇਸ਼ ਕਰਕੇ ਪ੍ਰਤੱਖ ਜ਼ਾਹਰ ਹਨ। ਜਾਂ ਜਿਹੜੇ ਝਗੜੇ ਕਰਨ ਵਾਲੇ ਆ, ਪਾਪ ਕਰਮ ਕਰਨ ਵਾਲੇ, ਤੇ ਸੋ ਵਜਗ ਜਿਹੜੀ ਸੰਸਾਰ ਦੇ ਅੰਦਰ ਚੰਗੇ ਨੇਕੀ ਦਾ ਭਲੇ ਦਾ ਕੰਮ ਕਰਨ ਵਾਲੇ ਹਨ। ਸੱਚਾ ਵੇਖੈ ਸੋਏ। ਸੱਚਾ ਅਕਾਲ ਪੁਰਖ ਪ੍ਰਮਾਤਮਾ ਸਭ ਨੂੰ ਦੇਖਦਾ ਪਿਆ ਹੈ, ਕਿਹੜਾ ਭਲੇ ਕੰਮ ਕਰਦਾ ਹੈ ਤੇ ਕਿਹੜਾ ਬੁਰੇ ਕੰਮ ਕਰਦਾ ਪਿਆ ਹੈ, ਕਿਹੜਾ ਨੇਕੀ ਦਾ ਕੰਮ ਕਰਦਾ ਹੈ, ਕਿਹੜਾ ਝੂਠ ਬੋਲਦਾ ਤੇ ਕਿਹੜਾ ਸੱਚ ਬੋਲਦਾ ਪਿਆ। ਸੱਚਾ ਵੇਖੈ ਸੋਏ, ਪ੍ਰਮਾਤਮਾ ਸਭ ਨੂੰ ਦੇਖਦਾ ਪਿਆ ਹੈ, ਕਿਉਂਕਿ ਉਹ ਤਾਂ ਹਿਰਦਿਆਂ ਦੇ ਅੰਦਰ ਹੀ ਪ੍ਰਮਾਤਮਾ ਬੈਠਾ ਹੋਇਆ। ਹਰ ਇੱਕ ਦੇ ਅੰਦਰ ਮਨੁੱਖ ਫੁਰਨਾ ਮਨ ਦੇ ਵੀ ਸੋਚਦਾ, ਉਹ ਵੀ ਪ੍ਰਮਾਤਮਾ ਜਾਣ ਦਿੰਦਾ, ਮੰਦਾ ਕਿ ਚੰਗਾ ਫੁਰਨਾ ਇਹਨੇ ਸੋਚਿਆ। ਇਸ ਕਰਕੇ ਮਹਾਰਾਜ ਕਹਿੰਦੇ ਸੱਚਾ ਵੇਖਿਆ ਸੋਏ, ਉਹ ਪ੍ਰਮਾਤਮਾ ਸਭ ਨੂੰ ਦੇਖਦਾ ਪਿਆ। ਔਰ ਇਸੇ ਪ੍ਰਕਾਰ ਬਦੀ ਤੇ ਸੁਦੀ
ਸਤ ਸੰਗਤ ਦੀ ਸੁਧਰੀ ਚਾਨਣੇ ਪੱਖ ਨੂੰ ਕਿਹਾ ਜਾਂਦਾ ਹੈ। ਵਧੀ ਹਨੇਰੇ ਪੱਖ ਦੇ ਵਿੱਚ ਆਉਂਦਾ ਹੈ। ਜਿਵੇਂ ਮਹਾਰਾਜ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਕਹਿੰਦੇ ਹਨ ਕਿ ਵਧੀ ਜਿਹੜੇ ਅਗਿਆਨਤਾ ਦੇ ਵਿੱਚ ਫਸੇ ਪਏ ਹੈ ਨਾ, ਅਗਿਆਨ ਭਰੇ ਕਰਮ ਕਾਂਡ ਕਰਦੇ ਹੈ, ਉਹ ਵੀ ਪ੍ਰਮਾਤਮਾ ਉਹਨਾਂ ਨੂੰ ਵੀ ਦੇਖਦਾ ਪਿਆ। ਤੇ ਸੋ ਵਜਗ ਜਿਹੜੇ ਚਾਨਣੇ ਪੱਖ ਦੇ ਵਿੱਚ ਹਨ, ਉਹਨਾਂ ਨੂੰ ਵੀ ਪ੍ਰਮਾਤਮਾ ਦੇਖਦਾ। ਭਾਵ ਭੈੜੇ ਕੰਮ ਕਰਨ ਵਾਲਾ ਤੇ ਚੰਗੇ ਸ਼੍ਰੋਮਣੀ ਕਰਮ ਕਰਨ ਵਾਲਾ, ਸਭ ਨੂੰ ਉਹ ਵਾਹਿਗੁਰੂ ਦੇਖਦਾ ਹੀ ਪਿਆ ਹੈ। ਸਭਨੀ ਛਾਲਾ ਮਾਰੀਆ, ਇਹ ਸੰਸਾਰ ਦੇ ਜੀਵਨ ਨੇ ਸਭ ਥਾਵਾਂ ਤੇ ਛਾਲਾਂ ਮਾਰ ਮਾਰ ਕਰਕੇ, ਪੁੱਠੀਆਂ ਸਿੱਧੀਆਂ ਛਾਲਾਂ ਮਾਰ ਕੇ ਦੇਖ ਲਿਆ ਹੈ। ਕਰਤਾ ਕਰੇ ਸੋ ਹੋਏ, ਕਰਨਹਾਰ ਕਰਤਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀਵ ਨੂੰ ਭਵ ਸਾਗਰ ਤੋਂ ਪਾਰ ਕਰੇ ਤਾਂ ਹੁੰਦਾ ਹੈ। ਨਹੀਂ ਤਾਂ ਇਹ ਮਨੁੱਖ ਨੇ ਬਹੁਤੀਆਂ ਪੁੱਠੀਆਂ ਸਿੱਧੀਆਂ ਛਾਲਾਂ ਮਾਰ ਮਾਰ ਕਰਕੇ ਦੇਖ ਲਿਆ, ਥੱਕ ਹਾਰ ਗਿਆ, ਪਰ ਨਹੀਂ ਭਵ ਸਾਗਰ ਤੋਂ ਪਾਰ ਹੋ ਸਕਿਆ। ਕਿਸੇ ਨੇ ਕਪਾਲੀ ਆਸਣ ਲਾ ਲਾ ਕਰਕੇ ਛਾਲਾਂ ਮਾਰ ਕੇ ਦੇਖ ਲਈਆਂ, ਕਿਸੇ ਨੇ ਯੋਗਾ ਅਭਿਆਸ ਦੀਆਂ ਛਾਲਾਂ ਮਾਰ ਕੇ ਦੇਖ ਲਈਆਂ, ਕਿਸੇ ਨੇ ਧੂਣੀਆਂ ਤਾਉਣ ਰੂਪੀ ਛਾਲਾਂ ਮਾਰ ਮਾਰ ਕੇ ਦੇਖ ਲਈਆਂ, ਕਿਸੇ ਨੇ ਪਾਣੀ ਵਿੱਚ ਗਲ ਗਲ ਪਾਣੀ ਵਿੱਚ ਖਲੋ ਕੇ ਮਹਾਰਾਜ ਕਹਿੰਦੇ ਇਦਾਂ ਦੀਆਂ ਛਾਲਾਂ ਮਾਰ ਮਾਰ ਕੇ ਦੇਖ ਲਈਆਂ। ਪਰ ਕਰਤਾ ਕਰੇ ਸੋ ਹੋਏ। ਕਰਨਹਾਰ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਨੇ ਜਿਨ੍ਹਾਂ ਨੂੰ ਭਵ ਸਾਗਰ ਤੋਂ ਪਾਰ ਕੀਤਾ, ਉਹ ਹੀ ਹੋਏ ਹਨ। ਜਿਨ੍ਹਾਂ ਨੂੰ ਨਾਮ ਰੂਪੀ ਬੇੜੇ ਦੀ ਦਾਤ ਬਖਸ਼ੀ ਹੈ, ਉਹ ਗੁਰਮੁਖ ਪਿਆਰੇ ਸੁਤੇ ਸਿੱਧੀ ਭਵ ਸਾਗਰ ਤੋਂ ਤਰ ਗਏ ਹਨ। ਅਥਵਾ ਸਭ ਨੇ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ। ਮਹਾਰਾਜ ਕਹਿੰਦੇ ਜੋ ਕਰਨਹਾਰ ਪਰਮੇਸ਼ਰ ਕਰਨਾ ਚਾਹੇ ਉਹ ਕੁਝ ਹੀ ਹੁੰਦਾ ਹੈ। ਆਉਣ ਵਾਲੇ ਸਮੇਂ ਵਿੱਚ ਵੀ ਹੋਵੇਗਾ, ਪਹਿਲਾਂ ਵੀ ਹੁੰਦਾ ਰਿਹਾ। ਇਹ ਮਨੁੱਖ ਭਾਵੇਂ ਬੜੀਆਂ ਛਾਲਾਂ ਮਾਰਦਾ, ਕਿੰਨਾ ਕਿੰਨਾ ਯਤਨ ਕਰਦਾ, ਮੈਂ ਐਵੇਂ ਕਰ ਦੇਵਾਂਗਾ, ਮੈਂ ਐਵੇਂ ਕਰ ਦੇਵਾਂਗਾ, ਜਾਂ ਕਿਸੇ ਤੋਂ ਕਰਵਾ ਦੇਵਾਂਗਾ, ਪਰ ਜਿੰਨੀਆਂ ਮਰਜ਼ੀ ਮਨੁੱਖ ਛਾਲਾਂ ਮਾਰਦਾ ਨਾ, ਕਿੰਨਾ ਯਤਨ ਕਰਦਾ, ਪਰ ਹੁੰਦਾ ਉਹੋ ਹੀ ਹੈ ਜੋ ਪਰਮੇਸ਼ਰ ਨੂੰ ਪਾਉਂਦਾ ਹੈ। ਮਤਾ ਕਰੈ ਪਛਮ ਕੈ ਤਾਈ ਪੂਰਬ ਹੀ ਲੈ ਜਾਤ। ਉਹ ਪ੍ਰਮਾਤਮਾ ਨੂੰ ਜਿਵੇਂ ਪਾਉਂਦਾ ਉਧਰ ਹੀ ਉਸੇ ਤਰ੍ਹਾਂ ਹੀ ਕਰਨਾ ਕਰਦਾ ਹੈ। ਅੱਗੇ ਜਾਤ ਨਾ ਜੋਰ ਹੈ, ਅੱਗੇ ਪ੍ਰਮਾਤਮਾ ਦੇ ਪਰਲੋਕ ਘਰ ਵਿੱਚ ਨਾ ਤਾਂ ਮਨੁੱਖ ਦੀ ਜਾਤ ਦਾ ਬਲ ਚੱਲਦਾ ਹੈ, ਨਾ ਮਨੁੱਖ ਦਾ ਜ਼ੋਰ, ਬਲਵਾਨੀ ਦਾ ਬਲ, ਕੋਈ ਜ਼ੋਰ ਵੀ ਪ੍ਰਮਾਤਮਾ ਦੇ ਘਰ ਅੱਗੇ ਨਹੀਂ ਚੱਲਦਾ। ਅੱਗੇ ਜਿਉ ਨਵੇ, ਤੇ ਹਜੂਰ ਕਹਿੰਦੇ ਹਨ ਅੱਗੇ ਤਾਂ ਨਵੇਂ ਨਵੇਂ ਜਿਹੜੇ ਜੀਵ ਮਿਲਦੇ ਆ। ਧਰਮ ਰਾਜਾ ਵੀ ਨਵਾਂ ਹੀ ਹੈ, ਕਿਉਂਕਿ ਸੰਸਾਰ ਦੇ ਅੰਦਰ ਤਾਂ ਕਿਸੇ ਨਾ ਕਿਸੇ ਨੂੰ ਵੱਢੀ ਦੇ ਕੇ, ਬਹੁਤਾ ਪੈਸਾ ਚਾੜ ਕੇ ਕੋਈ ਨਾ ਕੋਈ ਕੰਮ ਕਰਾ ਲਊਗਾ। ਕਿਸੇ ਕਾਰਜ ਦੇ ਵਿੱਚ ਸਫਲਤਾ ਪਾ ਲਓ, ਝੂਠੀ ਭਾਵੇਂ ਪਾ ਲਵੇ, ਪਰ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਘਰ ਨਾ ਤਾਂ ਕੋਈ ਵੱਡੀ ਚੱਲਣੀ ਹੈ, ਨਾ ਤੇਰਾ ਜ਼ੋਰ ਕੋਈ ਦਬਦਬਾ ਚੱਲਣਾ। ਕਈ ਦਬਾਅ ਪਾ ਕੇ ਵੀ ਕੰਮ ਕਰਾ ਲੈਂਦੇ ਆ ਨਾ ਸੰਸਾਰ ਦੇ ਅੰਦਰ, ਕਈ ਦਬਾਅ ਪਾ ਕੇ ਵੀ ਆਪਣਾ ਕੰਮ ਕਰਾ ਲੈਂਦੇ ਨੇ ਜ਼ੋਰ ਦੇ ਨਾਲ। ਕਿਵੇਂ ਹੋਣਾ ਹੀ ਚਾਹੀਦਾ, ਨਾ ਕੀਤਾ ਤਾਂ ਫਿਰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੰਦੇ ਆ। ਤੇ ਜਾਂ ਫਿਰ ਉੱਚੀ ਜਾਤ ਦਾ ਕਿ ਮੇਰਾ ਉੱਚੀ ਕੁਲ ਦੇ ਵਿੱਚ ਜਨਮ ਹੋਇਆ, ਨੀਵੀਂ ਜਾਤ ਵਾਲਿਆਂ ਨੂੰ ਦਬਾਅ ਪਾ ਪਾ ਕਰਕੇ ਉਹਨਾਂ ਤੋਂ ਕੰਮ ਕਰਾ ਲੈਂਦੇ ਆ। ਮਹਾਰਾਜ ਕਹਿੰਦੇ ਪਰਮਾਤਮਾ ਦੇ ਘਰ ਨਾ ਤਾਂ ਤੇਰੀ ਜਾਤ ਚੱਲਣੀ ਹੈ ਤੇ ਨਾ ਤੇਰਾ ਜ਼ੋਰ ਚੱਲਣਾ ਹੈ। ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜੀਵ ਨਵੇਂ ਉੱਥੇ, ਕਿਉਂਕਿ ਨਵੇਂ ਨਵੇਂ ਜੀਵਾਂ ਦੇ ਨਾਲ ਤੇਰਾ ਉੱਥੇ ਵਾਹ ਪੈਣਾ। ਧਰਮ ਰਾਜੇ ਦੇ ਨਾਲ ਜੇ ਪਾਪ ਕਰਮ ਕੀਤੇ ਤੇ ਧਰਮ ਰਾਜ ਦੇ ਦੂਤਾਂ ਦੇ ਨਾਲ ਵਾਹ ਪੈਣਾ, ਉੱਥੇ ਨਹੀਂ ਕੋਈ ਤੇਰਾ ਜ਼ੋਰ ਚੱਲਣਾ। ਜਿੰਨੀਆਂ ਮਰਜ਼ੀ ਜਾਤਾਂ ਕਹਿ ਕੇ ਸੁਣਾਈ ਜਾਵੇਂ ਕਿ ਫਲਾਣੀ ਜਾਤ ਮੇਰੀ ਹੈ ਤੇ ਇੰਨਾ ਮੇਰੇ 'ਚ ਬਲ ਸੀਗਾ, ਉੱਥੇ ਥੋੜਾ ਕੋਈ ਬਲ ਚੱਲਣਾ। ਇੱਥੇ ਭਾਵੇਂ ਦਹਾਂ ਨੂੰ ਢਾਹ ਕਰਕੇ ਮਾਰੀ ਜਾਵੇਂ, ਇੰਨਾ ਬਲੀ ਹੋਵੇ, ਪਰ ਪਰਮਾਤਮਾ ਦੇ ਘਰ ਨਾ ਤੇਰੀ ਕੋਈ ਬਲਵਾਨੀ ਚੱਲਣੀ ਹੈ, ਨਾ ਤੇਰਾ ਕੋਈ ਬਲ ਚੱਲਣਾ, ਤੇ ਨਾ ਜ਼ੋਰ ਦਾ ਜਾਤ ਬਲ ਚੱਲੇਗਾ। ਮਹਾਰਾਜ ਕਹਿੰਦੇ ਕਿਸੇ ਪ੍ਰਕਾਰ ਪਰਮੇਸ਼ਰ ਦੇ ਘਰ ਨਾ ਤਾਂ ਕੋਈ ਜਾਤ ਜਾਵੇਗੀ ਤੇ ਨਾ ਹੀ ਤੇਰਾ ਬਲ ਨਾਲ ਜਾਣ ਵਾਲਾ ਹੈ। ਜਿਨ ਕੀ ਲੇਖੈ ਪਤ ਪਵੈ, ਜਿਨ੍ਹਾਂ ਦੀ ਲਿਖਤ ਦੇ ਵਿੱਚ ਪ੍ਰਮਾਤਮਾ ਨੇ ਚੰਗੀ ਪਤ ਇੱਜ਼ਤ ਲਿਖ ਕਰਕੇ ਪਾਈ ਹੈ। ਚੰਗੇ ਸੇਈ ਕੇ, ਅਸਲ ਦੇ ਵਿੱਚ ਉਹਨਾਂ ਨੂੰ ਹੀ ਚੰਗੇ ਗਿਣਿਆ ਜਾਣਾ, ਜਿਨ੍ਹਾਂ ਨੇ ਸੱਚੀ ਪਤ ਇੱਜ਼ਤ ਸਹਿਤ ਸੰਸਾਰ ਤੋਂ ਜਾਣਾ ਕੀਤਾ ਹੈ। ਗੁਰਮੁਖ ਜਨਮ ਸਵਾਰ ਦਰਗਹ ਚੱਲਿਆ,
ਸੱਚੀ ਦਰਗਹ ਜਾਏ ਸੱਚਾ ਪਿੜ ਮੱਲਿਆ। ਗੁਰਮੁਖ ਪਿਆਰੇ ਪਦ ਇਜਰ ਦੇ ਸਿੱਧ ਹੋ ਕੇ ਸੰਸਾਰ ਤੋਂ ਗਏ ਹਨ। ਉਹ ਲੋਕ ਪਰਲੋਕ ਆਪਣਾ ਸਵਾਰ ਕੇ ਜਾਂਦੇ ਐ। ਪਦ ਇਜਰ ਦੇ ਸਿੱਧ ਬੇਦਾਗ ਜੀਵਨ ਜਿਉਂ ਕਰਕੇ ਸੰਸਾਰ ਤੋਂ ਕੂਚ ਕਰਦੇ ਹਨ। ਭਾਵੇਂ ਸਰੀਰ ਕਰਕੇ ਗੁਰਮੁਖ ਪਿਆਰੇ ਵੀ ਸੰਸਾਰ ਤੋਂ ਤੁਰ ਜਾਂਦੇ ਐ, ਪਰ ਸਾਧ ਸੰਗਤ ਜੀ ਗੁਰਮੁਖਾਂ ਤੇ ਮਨਮੁਖਾਂ ਦਾ ਸੰਸਾਰ ਤੋਂ ਕੂਚ ਕਰਨਾ, ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਚਲੇ ਜਾਣਾ ਬੜਾ ਫਰਕ ਹੈ। ਮਨਮੁਖ ਦਾਗੀ ਜੀਵਨ ਕਲੰਕ ਲਾਗ ਕਰਕੇ ਜ਼ਿੰਦਗੀ ਆਪਣੀ ਜਿਉਂਦੇ ਐ, ਸੰਸਾਰ ਦੇ ਅੰਦਰ ਦਾਗ ਲੱਗੇ ਰਹਿ ਜਾਂਦੇ ਨੇ। ਪਰ ਗੁਰਮੁਖ ਪਿਆਰੇ ਬੇਦਾਗ, ਜੋ ਕਲੰਕ ਨਹੀਂ ਜ਼ਿੰਦਗੀ ਵਿੱਚ ਕਿਸੇ ਪ੍ਰਕਾਰ ਦਾ ਲੱਗਣ ਦਿੰਦੇ। ਮਹਾਰਾਜ ਕਹਿੰਦੇ ਐਸਾ ਗੁਰਮੁਖਾਂ ਦਾ ਜੀਵਨ ਹੁੰਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਹਨ ਚੰਗੇ ਸਿਆਈ ਕਿ ਉਹਨਾਂ ਨੂੰ ਚੰਗੇ ਕਿਹਾ ਜਾਂਦਾ ਹੈ, ਜਿਨ੍ਹਾਂ ਦੀ ਪਦ ਇੱਜ਼ਤ ਬਰਕਰਾਰ ਰਹਿੰਦੀ ਹੈ। ਪਰਮਾਤਮਾ ਧਰੋਂ ਜਿਨ੍ਹਾਂ ਨੂੰ ਪ੍ਰੇਮਾ ਭਗਤੀ ਦੀ ਦਾਤ ਦੇ ਕੇ, ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਕੇ, ਵਿਵੇਕ ਬੁੱਧੀ ਦੀ ਦਾਤ ਦੇ ਕਰਕੇ ਨਿਵਾਜ ਦਿੰਦਾ ਹੈ, ਉਹ ਫਿਰ ਕਦਮ ਕਦਮ ਵਿਚਾਰ ਕੇ ਚੱਲਦੇ ਹੈ, ਕਿਤੇ ਜ਼ਿੰਦਗੀ ਦੇ ਵਿੱਚ ਕੋਈ ਦਾਗ ਨਾ ਲੱਗ ਜਾਵੇ। ਦੂਜਾ ਕਦਮ ਤਾਂ ਪੁੱਟਦੇ ਆ, ਪਹਿਲਾਂ ਵੇਖਦੇ ਕਿ ਰੱਖਣ ਵਾਸਤੇ ਜਗ੍ਹਾ ਹੈਗੀ ਹੈ ਕਿ ਨਹੀਂ ਹੈਗੀ। ਕਦਮ ਕਦਮ ਵਿਚਾਰ ਕਰਕੇ ਚੱਲਦੇ ਆ। ਤੇ ਮਹਾਰਾਜ ਕਹਿੰਦੇ ਐਸੇ ਜਿਹੜੇ ਸਤਿਪੁਰਸ਼ ਹੁੰਦੇ ਆ, ਉਹ ਅਸਲ ਦੇ ਵਿੱਚ ਚੰਗੇ ਗਿਣੇ ਜਾਂਦੇ ਹਨ। ਹੇ ਸਿੱਧੋ, ਕਲਯੁਗ ਦੇ ਭਿਆਨਕ ਸਮੇਂ ਵਿੱਚ ਉਹਨਾਂ ਨੂੰ ਹੀ ਚੰਗਾ ਆਖੀਦਾ ਹੈ। ਪਾਵੜੀ ਧੁਰ ਕਰਮ ਜਿਨਾ ਕਉ ਤੁਧ ਪਿਆ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਤੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ। ਕਹਿੰਦੇ ਤੁਰੋਂ ਹੀ ਪਰਮਾਤਮਾ ਨੇ ਜਿਨ੍ਹਾਂ ਦੇ ਕਰਮ ਬਖਸ਼ਿਸ਼ ਦੀ ਲੇਖ ਲੇਖ ਕਰਕੇ ਪਾਏ ਸਨ, ਤਾ ਤਿਨੀ ਖਸਮ ਧਿਆਇਆ। ਤਾਂ ਉਹਨਾਂ ਵਡਭਾਗੇ ਪੁਰਖਾਂ ਨੇ ਪਰਮੇਸ਼ਰ ਨੂੰ ਧਿਆਇਆ ਹੈ, ਜਿਨ੍ਹਾਂ ਦੇ ਤੁਰੋਂ ਹੀ ਵਾਹਿਗੁਰੂ ਨੇ ਮਸਤਕ ਦੀ ਚੰਗੀ ਲਿਖਤ ਲਿਖ ਕਰਕੇ ਪਾਈ ਸੀ। ਨਿਸ਼ਕਾਮ ਕਰਮਾਂ ਦਾ ਲੇਖ ਲਿਖ ਕਰਕੇ ਪਾ ਦਿੱਤਾ। ਤਾਂ ਤਿੰਨੇ ਖਸਮ ਧਿਆਇਆ, ਉਹਨਾਂ ਨੇ ਵਾਹਿਗੁਰੂ ਨੂੰ ਧਿਆਇਆ ਆਪਣਾ ਮਾਲਕ ਜਾਣ ਕੇ ਕਿ ਪਰਮੇਸ਼ਰ ਤੂੰ ਸਾਡਾ ਖਸਮ ਹੈ। ਮਹਾਰਾਜ ਕਹਿੰਦੇ ਉਹਨਾਂ ਮਹਾਤਮਾ ਨੇ ਜੀਵ ਰੂਪ ਸਖੀਆ ਬਣ ਕੇ ਆਪਣੇ ਮਾਲਕ ਨੂੰ ਯਾਦ ਕੀਤਾ। ਹਰ ਸਮੇਂ ਆਪਣੇ ਮਾਲਕ ਨੂੰ ਯਾਦ ਕਰਦੀਆਂ ਨੇ ਮਹਾਤਮਾ ਰੂਪ ਸਖੀਆਂ ਕਿ ਸਾਡਾ ਖਸਮ ਹੈ, ਸਾਡਾ ਮਾਲਕ ਹੈ, ਜਿਨ੍ਹਾਂ ਦੇ ਤੁਰੋਂ ਹੀ ਵਾਹਿਗੁਰੂ ਮਸਤਕ ਦੇ ਲੇਖ ਲੇਖ ਕਰਕੇ ਪਾਉਂਦਾ ਹੈ। ਇਨਾ ਜਨਤਾ ਕੈ ਵਸ ਕਿਛ ਨਹੀਂ। ਇਹਨਾਂ ਸੰਸਾਰ ਦੇ ਜੀਵ ਜੰਤੂਆਂ ਦੇ ਬਪੜਿਆਂ ਵਿਚਾਰਿਆਂ ਦੇ ਹੱਥਾਂ ਵਿੱਚ ਕੁਝ ਵੀ ਨਹੀਂ ਹੈ। ਇਹਨਾਂ ਦੇ ਵਸ ਸੰਸਾਰ ਦੇ ਅੰਦਰ ਕੁਝ ਨਹੀਂ ਹੈ। ਤੁਧ ਵੇਖੀ ਜਗਤ ਪਾਇਆ। ਕਿਉਂਕਿ ਪ੍ਰਮਾਤਮਾ ਤੂੰ ਬੜੇ ਰੰਗਾ ਰੰਗਾਂ ਕਰਕੇ ਸੰਸਾਰ ਦੇ ਅੰਦਰ ਜੀਵਾਂ ਨੂੰ ਪੈਦਾ ਕੀਤਾ ਹੈ। ਕਿਤੇ ਆਂਡਿਆਂ ਤੋਂ, ਕਿਤੇ ਜੇਰ ਤੋਂ, ਕਿਤੇ ਪਸੀਨੇ ਤੋਂ, ਕਿਤੇ ਧਰਤੀ ਤੋਂ ਜੀਵ ਪੈਦਾ ਕੀਤੇ ਹਨ। ਕੋਈ ਰਜੋ ਗੁਣੀ ਹੈ, ਕੋਈ ਤਮੋ ਗੁਣੀ ਹੈ, ਕੋਈ ਸਤੋ ਗੁਣੀ ਹੈ, ਕੋਈ ਸ਼ਾਂਤ ਸੁਭਾਅ ਵਾਲਾ, ਕੋਈ ਕਾਲੇ ਵਾਲਾ, ਕੋਈ ਕ੍ਰੋਧੀ ਸੁਭਾਅ ਵਾਲਾ। ਮਹਾਰਾਜ ਕਹਿੰਦੇ ਇਹ ਤਰ੍ਹਾਂ ਤਰ੍ਹਾਂ ਦੀਆਂ ਜਿਨਸਾਂ ਪੈਦਾ ਕੀਤੀਆਂ ਨੇ, ਤਰ੍ਹਾਂ ਤਰ੍ਹਾਂ ਦੇ ਸੁਭਾਵਾਂ ਦੇ ਜੀਵ ਪੈਦਾ ਕੀਤੇ ਹਨ। ਇਕ ਨਾ ਨੋ ਤੂੰ ਮੇਲ ਲਹਿ। हे ਪ੍ਰਮਾਤਮਾ, ਬੜੀ ਹੈਰਾਨੀਜਨਕ ਲੀਲਾ ਹੈ ਆਪ ਜੀ ਦੀ। ਇੱਕ ਉਹ ਸੰਸਾਰ ਦੇ ਜੀਵ ਹਨ ਜਿਨ੍ਹਾਂ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਕਰਕੇ ਰੱਖਦਾ ਹੈ। ਹਰ ਇੱਕ ਸਵਾਸ ਦੇ ਨਾਲ ਤੁਹਾਡਾ ਸਿਮਰਨ ਕਰਦੇ ਹੈ, ਉਹਨਾਂ ਨੂੰ ਆਪਣੇ ਸਰੂਪ ਦੇ ਵਿੱਚ ਮਿਲਾ ਲੈਂਦਾ ਹੈ। ਇਕ ਆਪਹ ਤੁਧ ਖੁਆਇਆ। ਇੱਕ ਉਹ ਜੀਵ ਹਨ ਜਿਨ੍ਹਾਂ ਨੂੰ ਆਪਣੇ ਸਰੂਪ ਤੋਂ ਦੂਰ ਕਰਕੇ ਰੱਖਿਆ ਹੈ, ਖੁਆਰ ਖੱਜਲ ਖੁਆਰ ਕਰਕੇ ਰੱਖਿਆ ਹੈ। ਉਹਨਾਂ ਨੂੰ ਪ੍ਰਮਾਤਮਾ ਨਹੀਂ ਕਦੇ ਵੀ ਚੇਤੇ ਆਉਂਦਾ, ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕਰ ਸਕਦੇ। ਇਦਾਂ ਦੀ ਮੋਹ ਮਮਤਾ ਦੇ ਬੰਧਨ ਸੰਸਾਰ ਦੇ ਤਿੰਨਾਂ ਨੂੰ ਲਾਏ ਹਨ। ਗੁਰ ਕਿਰਪਾ ਤੇ ਜਾਣਿਆ। ਹਜੂਰ ਕਹਿੰਦੇ ਜਿਨ੍ਹਾਂ ਨੇ ਪਰਮੇਸ਼ਰ ਦੇ ਸਰੂਪ ਨੂੰ ਜਾਣਿਆ ਹੈ, ਤਿੰਨਾਂ ਨੇ ਗੁਰੂ ਕਿਰਪਾ ਦੁਆਰਾ ਹੀ ਜਾਣਿਆ ਹੈ। ਸਤਿਗੁਰੂ ਜੀ ਦੀ ਕਿਰਪਾ ਤੋਂ ਬਿਨਾ ਕੋਈ ਵੀ ਨਹੀਂ ਜਾਣ ਸਕਦਾ। ਜਿੱਥੈ ਤੁਧ ਆਪ ਬੁਝਾਇਆ। ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਹਨ, ਜਿੱਥੇ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਜੀਵ ਨੂੰ ਗੁਰੂ ਚਰਨਾਂ ਦੇ ਨਾਲ ਜੋੜਿਆ, ਮਹਾਰਾਜ ਸਾਹਿਬ ਜੀ ਨੇ ਆਪਣੇ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਿਆ। ਸਤਿਗੁਰਾਂ ਨੇ ਉਪਦੇਸ਼ ਦੇ ਕਰਕੇ ਵਾਹਿਗੁਰੂ ਦੇ ਸਰੂਪ ਨੂੰ ਸਭ ਥਾਵਾਂ ਤੇ ਬੁਝਾ ਦਿੱਤਾ ਹੈ।
ਕਿ ਪ੍ਰਮਾਤਮਾ ਸਰਬ ਵਿਆਪਕ ਹੈ। ਸਹਜੇ ਹੀ ਸੱਚ ਸਮਾਇਆ। ਉਹ ਵਡਭਾਗਾ ਜੀਵ ਸੋਤੇ ਸਿੱਧ ਹੀ ਸੱਚ ਸਰੂਪ ਦੇ ਵਿੱਚ ਸਮਾ ਕੇ ਹੈ। ਸਹਜੇ ਹੀ ਸਹਜੇ ਗਿਆਨ ਅਵਸਥਾ ਦੁਆਰਾ ਸਹਜੇ ਹਿਰਦੇ ਦੀ ਅਡੋਲਤਾ ਬਣਾ ਕਰਕੇ ਪ੍ਰਮਾਤਮਾ ਦੇ ਵਿੱਚ ਸਮਾ ਗਿਆ। ਸਤਿਗੁਰੂ ਜੀ ਨੇ ਜਿਸ ਜੀਵ ਤੇ ਕਿਰਪਾ ਕੀਤੀ ਹੈ, ਆਪਣੇ ਚਰਨਾਂ ਦਾ ਪਿਆਰ ਬਖਸ਼ਿਆ ਹੈ, ਸਤਿਗੁਰੂ ਜੀ ਨੇ ਪਾਵਨ ਉਪਦੇਸ਼ ਜਿਨ੍ਹਾਂ ਦੇ ਹਿਰਦੇ ਅੰਦਰ ਵਸਾਇਆ, ਪ੍ਰਮਾਤਮਾ ਦਾ ਸਰੂਪ ਸਭ ਥਾਵਾਂ ਤੇ ਬੁਝਾ ਦਿੱਤਾ ਹੈ। ਮਹਾਰਾਜ ਕਹਿੰਦੇ ਉਹ ਸੋਤੇ ਸਿੱਧ ਹੀ ਪ੍ਰਮਾਤਮਾ ਦੇ ਸਰੂਪ ਦੇ ਵੀ ਸਮਾ ਗਿਆ ਹੈ। ਗਰੀਬ ਨਵਾਜ ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਪਾਵਨ ਸ਼ਬਦ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਇਕ ਨਾਨੋ ਤੂੰ ਮੇਲ ਲਹਿ, ਇਕ ਆਪਹੁ ਤੁਧ ਖਵਾਇਆ। ਗੁਰ ਕਿਰਪਾ ਤੇ ਜਾਣਿਆ, ਜਿੱਥੈ ਤੁਧ ਆਪ ਬੁਝਾਇਆ। ਸਹਜੇ ਹੀ ਸੱਚ ਸਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।